पंजाबी देख रहे सारे दर्शकों का स्वागत है। मैं हाँ हरप्रीत कौर ते दोस्तों नजर मारते हैं अज दी खास खबरां ते। तख्त श्री केसगढ़ साहिब के जथेदार बीमारी के कारण हस्पताल विच होए दाखल। लोगों का इलाज करने वाला पठानकोट का सरकारी सिविल हस्पताल खुद बीमार पानी के नमूने होए फेल। नेपाल सीमा तो 1 साल पहला गुम होया गूंगा बहरा नौजवान किता वारसां दे हवाले। गढ़शंकर चंडीगढ़ मार्ग के सड़की हादसे विच एक दी मौत। तरनतारन के पिंड बोदल किड़ी विच भरा ते भरजाई ने मिल के एक व्यक्ति का किता कतल। मुख मंत्री चरणजीत चन्नी पहुंचे डीएवी यूनिवर्सिटी स्टाफ ते विद्यार्थियों ने किया स्वागत। दोस्तों हुण खबरां विस्तार नाल। बीती देर रात तक श्री केसगढ़ साहिब के जथेदार नूं छाती दे विच भारी दर्द होने कारण वड्डे हस्पताल विच रैफर कर दिता गया सी, जिथे डॉक्टरां ने उन्हां नूं सख्त आराम और फर्स्ट एड दी। बाकी डॉक्टरां ने उन्हां दी निजी बीमारी बारे नहीं दस्सिया है, पर वह दस्सिया है कि वह खतरे तो बाहर हैं। इस मौके निजी हस्पताल जलंधर के डॉक्टर ने पत्रकारों नाल गलबात करते दौरान दस्सिया है कि सिंह साहिब ज्ञानी रघुवीर सिंह हुण खतरे तो बाहर ने। लोकल पिंडां दे गुरुद्वारे है उन्हां दे प्रबंध लोकल संगतां दे हुंदे। लोकल संगतां नूं बेनती है कि जिहड़े तुहाडे गुरुद्वारे है आप गुरुद्वारे सेवा संभाल वास्ते चंगे सुचज्जे प्रबंध करो। श्रोमणी गुरुद्वारा प्रबंधक कमेटी वालों सारे गुरुद्वारे दे सुचज्जे प्रबंध किए गए हैं, पूरे सेवादार रखे गए हैं, पूरा तैनाती रखी गई है। जे कोई गल भी होंदी है तो इमीडिएट उसनूं ਉਹਦਾ हल कढ़िया जाता है। सारे गुरुद्वारे अव्वल तो गुरुद्वारे घट होने चाहिए, गुरुद्वारे पिंडां 'च एक होना चाहिए। जे कोई वड्डे गुरुद्वारे बन भी गए हैं असीं उन्होंने बंद नहीं कर सकते, पर बेनती जरूर कर सकते हैं कि सारे सुचेत होकर रहन। शरारतां इस तरह दी बहुत सारिया हो सकदियां, फिर बाद विच भंबल भूसा संगतां 'च पैंदा, संगतां पाड़दियां हन, संगतां लड़दियां हन। उन्हां सारियां दी इक्को हल है कि आपां जिहड़े गुरुद्वारे असीं सनापत कीते है उन्हां गुरुद्वारे सेवा संभाल पूरे सेवादार रखिए, चंगे सुचज्जे ग्रंथी रखिए और जिहड़ी प्रबंधक कमेटी है वो बड़ी सूझवान होवे ਤਾਂ ਜੋ ਆਪਣੇ ਚੰਗੇ ਪ੍ਰਬੰਧ ਚਲਾ ਸਕੇ। ਤੁਹਾਡੇ ਕੋਲ ਦੇਰ ਰਾਤ ਨੂੰ ਆਏ ਤੇ ਹੁਣ ਉਹਨਾਂ ਦੀ ਕੰਡੀਸ਼ਨ ਕਿੱਦਾਂ ਦੀ ਹੈ? ਦੇਖੋ ਜਥੇਦਾਰ ਸਾਹਿਬ ਜੀ ਨੂੰ ਕੱਲ ਸ਼ਾਮੀ ਅਸੀਂ ਛਾਤੀ ਦੇ ਦਰਦ ਦੇ ਨਾਲ ਉਹਨਾਂ ਨੂੰ ਪ੍ਰੋਬਲਮ ਹੋਈ ਸੀ, ਜਿਨ੍ਹਾਂ ਅਸੀਂ ਉਹਨਾਂ ਨੂੰ ਦਾਖਲ ਕੀਤਾ ਤੇ ਜਦੋਂ ਟੈਸਟ ਕੀਤੇ ਸਾਨੂੰ ਉਹਨਾਂ ਦੇ ਹਾਰਟ ਦੇ ਵਿੱਚ ਪ੍ਰੋਬਲਮ ਦਾ ਪਤਾ ਚੱਲਿਆ। ਅਸੀਂ ਉਸੇ ਵੇਲੇ ਦਵਾਈਆਂ ਜਿਹੜੀਆਂ ਜ਼ਰੂਰੀ ਸੀ ਸ਼ੁਰੂ ਕਰਤੀਆਂ। ਉਹਨਾਂ ਦੀ ਹਾਲਤ ਰਾਤ ਨਾਲੋਂ ਥੋੜ੍ਹੀ ਜਿਹੀ ਇੰਪਰੂਵ ਹੋਈ ਹੈ, ਪਰ ਹਜੇ ਆਪਾਂ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ। ਫਿਲਹਾਲ ਉਹ ਆਪਣੇ ਆਈਸੀਯੂ ਦੇ ਵਿੱਚ ਅੰਡਰ ਟ੍ਰੀਟਮੈਂਟ ਹੈਗੇ, ਅੰਡਰ ਆਬਜ਼ਰਵੇਸ਼ਨ ਹੈਗੇ। ਗੱਲ ਕਰੀਏ ਤੇ ਕਦੋਂ ਰਾਤ ਨੂੰ ਆਏ ਸੀ ਤੇ ਉਦੋਂ ਤਬੀਅਤ ਕਿੱਦਾਂ ਦੀ ਸੀ ਤੇ ਹੁਣ? ਉਦੋਂ ਕਾਫੀ ਛਾਤੀ ਦੀ ਦਰਦ ਸੀਗੀ, ਛਾਤੀ ਦੇ ਸੀਨੇ ਦੇ ਵਿੱਚ ਦਰਦ ਹੋ ਰਹੀ ਸੀ ਕਾਫੀ, ਤੇ ਫਿਰ ਅਸੀਂ ਜੋ ਵੀ ਬਣਦਾ ਟ੍ਰੀਟਮੈਂਟ ਸੀ ਕੀਤਾ। ਤੇ ਹੁਣ ਠੀਕ ਹੈ, ਗੱਲਬਾਤ ਕਰਦੇ ਹਾਂ? ਹਾਂ ਗੱਲਬਾਤ ਕਰਦੇ ਆ, ਪਰ ਅਸੀਂ ਥੋੜ੍ਹਾ ਜਿਹਾ ਪਰਹੇਜ਼ ਰੱਖਦੇ ਹਾਂ ਕਿ ਥੋੜ੍ਹਾ ਜਿਹਾ, ਕਿਉਂਕਿ ਇਸ ਟਾਈਮ ਤੇ ਨਾਜ਼ੁਕ ਹਾਲਤ ਹੈ, ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਨੀਆਂ। ਦਿਨ ਪਹਿਲਾਂ ਫਾਜ਼ਿਲਕਾ ਦੇ ਪਿੰਡ ਬਖੂਸ਼ਾਹ ਦੇ ਸਰਪੰਚ ਵੱਲੋਂ ਪਾਣੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਮਾਰਨ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀ ਸਰਪੰਚ ਸਮੇਤ 4 ਵਿਅਕਤੀਆਂ ਦੇ ਧਾਰਾ 307 ਇਰਾਦਾ ਕਤਲ ਤੇ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਪੀੜਤ ਪਰਿਵਾਰ ਵੱਲੋਂ ਦਰਜ ਕਰਵਾਏ ਗਏ ਇਸ ਮਾਮਲੇ ਤੋਂ ਬਾਅਦ ਫਾਜ਼ਿਲਕਾ ਪੁਲਿਸ ਵੱਲੋਂ ਪੀੜਤ ਵਿਅਕਤੀ ਅਤੇ ਉਸ ਦੇ 3 ਪਰਿਵਾਰਕ ਮੈਂਬਰਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਸੰਬੋਧਿਤ ਪੁਲਿਸ ਅਧਿਕਾਰੀਆਂ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਹੋਏ ਹਨ ਅਤੇ ਪੁਲਿਸ ਵੱਲੋਂ ਦੋਸ਼ੀਆਂ ਨਾਲ ਸਾਜ਼ਬਾਜ਼ ਹੋ ਕੇ ਅਤੇ ਸਿਆਸੀ ਦਬਾਅ ਹੇਠ ਉਹਨਾਂ ਦੇ ਝੂਠਾ ਮਾਮਲਾ ਦਰਜ ਕਰਵਾਉਣ ਦੀ ਗੱਲ ਕਹੀ ਗਈ ਹੈ। ਉੱਥੇ ਅਸੀਂ ਬਸ ਪਾਣੀ ਦੀ ਗੱਲ ਸੀ, ਮਾੜੀ ਮੋਟੀ ਪਾਣੀ ਛੱਡਦਾ ਸੀ, ਅਸੀਂ ਛੱਡਣ ਨਹੀਂ ਦਿੰਦੇ ਸੀ। ਭਰਾ ਮੇਰੇ ਦੇ ਬੱਖੇ ਪੈ ਗਏ, ਬੱਖੇ ਪੈ ਤਾਂ ਉਸ ਤੋਂ ਬਾਅਦ ਅਸੀਂ ਪਰਾਂ ਸੀ, ਅਸੀਂ ਪਰੋਂ ਭੱਜ ਕੇ ਆਏ ਆ। ਉਹਨੇ ਚਿਰ ਨੂੰ ਵਾਕਾ ਹੋ ਗਿਆ, ਵਾਕਾ ਮਾਰ ਤੇ ਗੋਲੀ ਮਾਰ ਦਿੱਤੀ ਸੀ, ਗੋਲੀ ਮਾਰ ਤੇ ਘਰੇ ਭੱਜ ਗਿਆ। 2 ਪਿਸਤੌਲ ਸੀ, ਇੱਕ ਸਿਰ 'ਚ ਹੀ ਮਾਰਾ ਨੇ ਦਾ। ਅਸੀਂ ਕਿੱਥੋਂ ਲੜਾਈ ਕਰ ਸਕਨੇ ਆ? ਸਾਡੇ ਤਾਂ ਹੱਥ ਬਾਜ ਲੱਗਾ ਹੋਇਆ ਹੈਗਾ। ਮੇਰੇ ਮੁੰਡੇ ਦੀ ਲੱਤ ਟੁੱਟੀ, ਰਾੜ ਪਾਈ ਹੋਈ ਹੈ। ਉਹ ਕੋਈ ਲੜਾਈਆਂ ਕਰਨ ਨਾਲ ਹੈਗਾ ਦਾ। ਪ੍ਰਸ਼ਾਸਨ ਤੇ ਚਾਹਨੇ ਵੀ ਉਹਨਾਂ ਨੂੰ ਜਲਦ ਫੜਾ ਜਾਵੇ ਤੇ ਅੰਦਰ ਕੀਤਾ ਜਾਵੇ। ਨਹੀਂ ਕਰਦੀ ਤੇ ਮੁੜ ਅਸੀਂ ਪੋਲ ਦੀ ਡੱਕ ਕਰਨੇ ਆ ਦੇ। ਹਾਂ, ਪੋਲ ਦਾ ਜਾਮ ਕਰਾਂਗੇ। ਮੇਰੇ ਵੀਰ ਨੂੰ ਗੋਲੀ ਵੱਜ ਗਈ ਸੀ, ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਅੱਜ 4-5 ਦਿਨ ਹੋ ਗਏ ਸਰਪੰਚ ਨੇ ਗੋਲੀ ਲਾਤੀ ਸੀ, ਉਹਦੀ ਸਾਡੇ ਅਜੇ ਕੋਈ ਆਪਰੇਸ਼ਨ ਦੀ ਨਹੀਂ ਹੋ ਰਹੀ, ਕਿਸੇ ਪਾਸੇ ਕੋਈ ਸੁਣਾਈ ਨਹੀਂ ਹੋ ਰਹੀ, ਇਹਨਾਂ ਦੇ ਬੰਦੇ ਨਹੀਂ ਅਰੈਸਟ ਹੋ ਰਹੇ।
ਇਹਨਾਂ ਨੇ ਆਪ ਨੂੰ ਮਾਰ ਕੇ ਸਰਕਾਰੀ ਹਸਪੀਟਲ ਵਾਲੇ ਵੀ ਇਹਨਾਂ ਦੇ ਨਾਲ ਰਲ ਗਏ ਨੇ। ਸਾਰਾ ਕੁਝ ਇਹਨਾਂ ਨੇ ਆਪ ਜਾਲੀ ਬਣਾ ਕੇ ਤੇ ਇਹਨਾਂ ਨੇ ਪਰਚਾ ਦਰਜ ਕਰਵਾ ਕੇ ਸਾਡੇ ਤੇ ਸਾਡੇ ਮੁਕੰਮਲ ਇਹਨਾਂ ਨੇ ਪਰਚਾ ਕਰਵਾ ਲਿਆ। ਜਦੋਂ ਇਹਨਾਂ ਨੇ ਵੇਖਿਆ ਸੀ ਵੀ ਇਹ ਹਸਪੀਟਲ ਚਲੇ ਗਏ ਨੇ, ਉਦੋਂ ਇਹਨਾਂ ਨੇ ਆਏ ਸੀ ਇੱਥੇ। ਇਹ ਜੀ ਉਹਨਾਂ ਨਾਲ ਰਲੇ ਹੋਇਆ ਸਾਰੇ। ਉੱਤੋਂ ਮੰਤਰੀਆਂ ਦੀ ਕੋਈ ਸਿਫਾਰਿਸ਼ਾਂ ਪਵਾਈ ਜਾਂਦੇ ਆ, ਕੋਈ ਇਹਨਾਂ ਨੇ ਪੈਸੇ ਭਰੇ ਆ, ਕੋਈ ਕਿਵੇਂ। ਅਸੀਂ ਗਰੀਬ ਬੰਦੇ ਆ ਵੀਰ, ਮੇਰੇ ਦਾ ਹੱਥ ਕੱਟਿਆ ਹੋਇਆ ਹੈ। ਤੁਸੀਂ ਇਹਨੂੰ ਦੇਖਦੇ ਹੋ ਵੀ ਉਹ ਲੜਨ ਵਾਲਾ ਹੈ। ਬੰਦਾ ਹੈ, ਉਹਦਾ ਨਾਮ ਹਣੀ ਹੈ। ਸਾਨੂੰ ਪਤਾ ਚੱਲਿਆ ਸੀ ਬਾਅਦ ਵਿੱਚ, ਕੋਈ ਪ੍ਰੂਫ ਉਹਨਾਂ ਦੇ ਪੁਲਿਸ ਵਾਲਿਆਂ ਨੇ ਵੀ ਕੀਤੇ ਨੇ। ਸਾਰੇ ਕੁਝ ਪ੍ਰੂਫ ਸਾਡੇ ਕੋਲ ਵੀ ਹੈਗੇ ਨੇ ਹੁੰਦੇ। ਉਹਨਾਂ ਦੇ ਨਾਲ ਜਾ ਕੇ ਤੇ ਉਹਨਾਂ ਨੇ ਸਾਰਾ ਪਰਚਾ ਦਰਜ ਕਰਵਾਇਆ। ਸਾਡੇ ਇਹਨਾਂ ਦੇ 307 ਦਾ ਉਲਟਾ ਬਰਾਬਰ ਦਾ ਹੀ ਕਰਵਾਤਾ। ਹਾਂਜੀ ਮੁੰਡੇ ਸਾਡੇ ਨੂੰ ਗੋਲੀ ਲੱਗੀ ਹੈ ਤੇ 300 ਪਰਚਾ ਇਹਨਾਂ ਦਾ ਕਿਉਂ ਹੋ ਗਿਆ ਬਈ? ਇਹ ਇਹਨਾਂ ਦੇ ਕਾਰਨ ਹੈ। ਸਾਰੇ ਇਹਨਾਂ ਦੇ ਰਲੇ ਹੋਏ ਨੇ, ਸਾਰੇ ਇਹਨਾਂ ਦੇ ਮੰਤਰੀਆਂ ਦੇ ਸਾਰੇ ਪਾਸੇ ਇਹਨਾਂ ਨੇ ਫੋਨ ਕਰਾਏ ਨੇ ਤੇ ਇਹਨਾਂ ਨੇ ਆਪਰੇਸ਼ਨ ਨਹੀਂ ਹੋਣ ਦੇਣੇ। ਇਹਨਾਂ ਦਾ ਦਬਾਅ ਪਾਉਣ ਲਈ ਹੈਗਾ ਸੀ ਵੀ ਰਾਜੀਨਾਮਾ ਕਰੋ, ਪਰ ਰਾਜੀਨਾਮਾ ਨਹੀਂ। ਸਾਡਾ ਮੁੰਡਾ ਹੀ ਅਜੇ ਮੰਜੇ ਤੇ ਪਿਆ ਹੁੰਦਾ, ਆਪਰੇਸ਼ਨ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ, ਸਾਡਾ ਕੁਛ ਬਣ ਹੀ ਨਹੀਂ ਰਿਹਾ। ਸਾਡਾ ਜਿਹੜਾ ਹੱਕ ਸੀ ਸਾਨੂੰ ਦਵਾਇਆ ਜਾਵੇ। ਇਹਨਾਂ ਤੇ ਪਰਚਾ, ਇਹਨਾਂ ਦੇ ਬੰਦੇ ਅਰੈਸਟ ਹੋਣੇ ਚਾਹੀਦੇ ਆ। ਇਹਨਾਂ ਦਾ ਬੰਦਾ ਨਹੀਂ ਹੈਗਾ, ਉਹਨਾਂ ਦਾ ਕੱਲਿਆ ਹੋਇਆ ਸੀ, ਬਾਕੀ ਇਹਨਾਂ ਦੇ ਖੇਤ 'ਚ ਬੈਠਾ ਸੀ, ਉਹਨੇ ਸਾਰਿਆਂ ਨੂੰ ਸੀਡੀ ਦੇਣੀ ਹੈ। ਉਤੇ ਦਿਨੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਿਰਫਿਰੇ ਵੱਲੋਂ ਕੀਤੀ ਬੇਅਦਬੀ ਨੂੰ ਲੈ ਕੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਛਤਾਤਾਪ ਕਰਦੇ ਹੋਏ ਭੋਗ ਪਾਏ ਗਏ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਅਤੇ ਐਸਜੀਪੀਸੀ ਮੈਂਬਰ ਸ਼ਾਮਲ ਹੋਏ। ਭੋਗ ਉਪਰੰਤ ਮੀਡੀਆ ਦੇ ਰੂਬਰੂ ਹੋਏ ਅਤੇ ਐਸਜੀਪੀਸੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਬੇਅਦਬੀ ਮਾਮਲੇ ਸੰਬੰਧੀ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਵਿੱਚ ਅਜੇ ਨੇ ਪੁਲਿਸ ਅਧਿਕਾਰੀਆਂ ਵੱਲੋਂ ਬੇਅਦਬੀ ਕਰਨ ਵਾਲੇ ਦੋਸ਼ੀ ਸੰਬੋਧਿਤ ਬਿਆਨ ਦਿੱਤੇ ਗਏ ਹਨ, ਉਹ ਕਿ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਲੈ ਕੇ ਬੀਬੀ ਜੰਗੀਰ ਕੌਰ ਨੇ ਕਿਹਾ ਹੈ ਕਿ ਕਤਲਾਂ ਕਿਤੇ ਸਰਕਾਰਾਂ ਦੀ ਮਨਸ਼ਾ ਠੀਕ ਨਹੀਂ ਲੱਗਦੀ ਅਤੇ ਉਹ ਸਰਕਾਰ ਨਹੀਂ ਚਾਹੁੰਦੀ ਕਿ ਇਸ ਬੇਅਦਬੀ ਦੇ ਪਿੱਛੇ ਅਸਲੀ ਦੋਸ਼ੀਆਂ ਤੱਕ ਪਹੁੰਚਿਆ ਜਾਵੇ। ਦਿਨ ਪਹਿਲਾਂ ਪੰਥ ਦੋਖੀਆਂ ਵਿੱਚੋਂ ਕਿਸੇ ਸਿਰਫਿਰੇ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜੋ ਨਸ਼ੀਲੀ ਵਸਤੂ ਸੁੱਟ ਕੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ। ਸਮੇਂ ਦੇ ਨਾਲ ਹੀ ਗੁਰਮੁਖ ਪਿਆਰਿਆਂ ਨੇ ਪਕੜ ਕੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ। ਗੁਰੂ ਸਾਹਿਬ ਨੂੰ ਇਹਨਾਂ ਸਾਰੀਆਂ ਜਿਹੜੀਆਂ ਸਾਡੀਆਂ ਹਰਕਤਾਂ ਹਨ, ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਕੇਵਲ ਸਾਡੇ ਹਿਰਦੇ ਬਲੁੰਦਰੇ ਜਾਂਦੇ ਹੈ। ਕੇਵਲ ਅਸੀਂ ਜਿਹੜੇ ਮਨੁੱਖ ਹਾਂ, ਸਾਡੇ ਹਿਰਦੇ ਨੂੰ ਪੀੜਾ ਹੁੰਦੀ ਹੈ, ਤਕਲੀਫ ਹੁੰਦੀ ਹੈ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਖੱਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾਵਾਰ। ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਰੇ। ਆਪ ਹੀ ਕਿਰਪਾ ਕਰਨ ਕਿ ਜਿਨ੍ਹਾਂ ਵਿਅਕਤੀਆਂ ਨੇ ਇਸ ਸ਼ਰਾਰਤ ਨੂੰ ਕਰਨ ਵਿੱਚ, ਜਿਨ੍ਹਾਂ ਨੇ ਕਰਾਉਣ ਵਿੱਚ ਤੇ ਜਿਨ੍ਹਾਂ ਨੇ ਸਾਜ਼ਿਸ਼ ਰਚਣ ਵਿੱਚ ਇਹ ਸਾਰੇ ਵਸੀਲੇ ਕੀਤੇ ਹੈ, ਉਹਨਾਂ ਨੂੰ ਆਪਣੇ ਦਰ ਤੋਂ ਸੋਧਾ ਵੀ ਲਾਵੇ, ਸਾਦੇ ਵੀ, ਤੇ ਉਹਨਾਂ ਨੂੰ ਸਮੱਤ ਵੀ ਬਖਸ਼ੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਲੋਕ ਜਿਹੜੇ ਹੈ ਸਿੱਧੇ ਰਸਤੇ 'ਤੇ ਪਈਏ। ਮੈਂ ਕਈ ਵਾਰੀ ਸੋਚਦੀ ਹਾਂ ਕਿ ਸ਼ੁਰੂ ਤੋਂ ਲੈ ਕੇ ਇਹ ਹਰਕਤਾਂ ਜਿਹੜੀਆਂ ਪੰਥ ਦੋਖੀ ਕਰਦੇ ਆ ਰਹੇ ਹੈ, ਸਮੇਂ ਦੇ ਨਾਲ ਇਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ, ਪਰ ਅੱਜ ਅਫਸੋਸ ਹੈ ਕਿ ਉਹਦਾ ਜੜ ਜਿਹੜੀ ਹੈ ਉਹ ਕੱਢਣ ਤੱਕ ਸਰਕਾਰਾਂ ਨਹੀਂ ਜਾ ਰਹੀਆਂ। ਮੈਨੂੰ ਬੜਾ ਅਫਸੋਸ ਹੈ ਕਿ ਪਿਛਲੀਆਂ ਵੀ ਬਹੁਤ ਸਾਰੀਆਂ ਕੁਝੀਆਂ ਹਰਕਤਾਂ ਹੋਈਆਂ ਜਿਹਦੇ ਵਿੱਚ ਅੱਜ ਤੱਕ ਵੀ ਅਸੀਂ ਆਵਾਜ਼ਾਂ ਦਿੰਦੇ ਆ ਰਹੇ ਹਾਂ ਕਿ ਜੜ ਤੱਕ ਜਾਓ, ਜੜ ਤੱਕ ਜਾਓ। ਪਰ ਇਹ ਦੁੱਖ ਦੀ ਗੱਲ ਹੈ ਕਿ ਜਦੋਂ ਵੀ ਕੋਈ ਐਸੀ ਹਰਕਤ ਹੁੰਦੀ ਹੈ, ਉਸ ਵੇਲੇ ਇਹੀ ਗੱਲ ਕਹੀ ਜਾਂਦੀ ਹੈ ਕਿ ਉਹ ਵਿਅਕਤੀ ਪਾਗਲ ਹੈ, ਉਹ ਵਿਅਕਤੀ ਨਸ਼ਈ ਹੈ, ਉਹ ਵਿਅਕਤੀ ਨੂੰ ਸੂਝ-ਬੂਝ ਨਹੀਂ। ਤਾਂ ਇਹ ਸਾਰੀਆਂ ਗੱਲਾਂ ਉਸ ਵੇਲੇ ਫਿਰ ਬਹੁਤ ਦੁੱਖ ਦਿੰਦੀਆਂ ਕਿ ਕੀ ਗੁਰੂ ਘਰ ਵਿੱਚ ਹੀ ਇਹਨਾਂ ਨੂੰ ਪਾਗਲਾਂ ਨੂੰ ਇਹ ਕੰਮ ਕਰਨੇ ਆਉਂਦੇ ਆ। ਲੇਕਿਨ ਭੁੱਲਣਹਾਰ ਹੈ। ਸੋ ਮੈਂ ਇਹ ਬੇਨਤੀ ਕਰਾਂਗੀ ਕਿ ਇਹ ਜਿਹੜੀ ਹਰਕਤ ਹੈ, ਸਰਕਾਰ ਨੂੰ ਅਸੀਂ ਚਿੱਠੀ ਲਿਖ ਚੁੱਕੇ ਹੈ ਔਰ ਅੱਜ ਵੀ ਮੈਂ ਮੰਗ ਕਰਦੀ ਹਾਂ ਭੋਗ ਤੋਂ ਬਾਅਦ ਕਿ ਇਹ ਪਹਿਲਾਂ ਤਾਂ ਨਾਰਕੋ ਟੈਸਟ, ਦੂਸਰਾ ਬ੍ਰੇਨ ਮੈਪਿੰਗ ਇਹ ਜ਼ਰੂਰ ਕਰਾਇਆ ਜਾਵੇ ਤਾਂ ਜੋ ਅਸਲੀਅਤ ਜਿਹੜੀ ਹੈ ਉਹ ਸਾਹਮਣੇ ਆ ਸਕੇ। ਦੂਜੀ ਜਿਹੜੀ ਗੱਲ ਕਿ ਸਿੰਘ ਸਾਹਿਬ ਜੀ ਨੇ ਉਸ ਦਿਨ ਬੈਠ ਕੇ ਇੱਥੇ 5 ਮੈਂਬਰੀ ਕਮੇਟੀ ਬਣਾਈ ਹੈ, ਉਹਨਾਂ ਨੂੰ ਰਿਪੋਰਟ 25 ਤਰੀਕ ਤੱਕ ਤਿਆਰ ਕਰਨ ਵਾਸਤੇ ਕਿਹਾ ਕਿ ਕੀ ਅੰਦਰਲੇ ਪਾਸੇ ਵੀ ਕੀ ਕੁਝ ਹੋਇਆ, ਕਿੱਦਾਂ ਹੋਇਆ, ਕਿਹਦੀ ਡਿਊਟੀ ਸੀ, ਕਿਹਨੇ ਕੋਈ ਕੁਤਾਹੀ ਕੀਤੀ ਹੋਵੇ, ਕਿੱਥੇ ਕੋਈ ਅਣਗਹਿਲੀ ਹੋਈ ਹੋਵੇ। ਉਹ ਰਿਪੋਰਟ 25 ਤੱਕ ਆ ਰਹੀ ਹੈ।
ਉਦੋਂ ਤੱਕ ਅਸੀਂ ਰਿਪੋਰਟ ਨੂੰ ਦੇਖ ਕੇ ਉਸ ਤੋਂ ਬਾਅਦ ਅੰਦਰਲੀ ਵੀ ਜਿਹੜੀ ਕੋਈ ਕਿਸੇ ਕਿਸਮ ਦੀ ਢਿੱਲ ਮੱਠ ਰਹੀ ਹੋਵੇ, ਜਿਸ ਕਿਸਮ ਦੀ ਕਤਾਈ ਹੋਈ ਹੋਵੇ, ਜਿਸ ਵੱਲੋਂ ਡਿਊਟੀ ਨਾ ਨਿਭਾਈ ਗਈ ਹੋਵੇ, ਜਿਸ ਵੱਲੋਂ ਸੇਵਾ 'ਚ ਹਾਜ਼ਰ ਹੋ ਕੇ ਕੁਤਾਹੀ ਕੀਤੀ ਗਈ ਹੋਵੇ, ਉਹ ਸਾਰੀਆਂ ਵੀ ਅਸੀਂ ਕਾਰਵਾਈਆਂ ਜਿਹੜੀਆਂ ਸਮੇਂ ਨਾਲ ਕਰਾਂਗੇ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਦਫ਼ਤਰਾਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ 9 ਵਜੇ ਹਾਜ਼ਰ ਹੋਣ ਤੇ ਆਦੇਸ਼ ਦਿੱਤੇ ਸਨ, ਪਰ ਇਸ ਦੀ ਰਿਐਲਿਟੀ ਚੈੱਕ ਕਰਨ ਦੇ ਲਈ ਅੱਜ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸਦੋਆ ਰੂਪਪੁਰ ਵੇਦੀ ਦੇ ਸਰਕਾਰੀ ਦਫ਼ਤਰਾਂ 'ਚ ਪਹੁੰਚੇ, ਜਿੱਥੇ ਉਹਨਾਂ ਦੇ ਵੱਲੋਂ ਤਹਿਸੀਲ ਅਤੇ BDPO ਦਫ਼ਤਰ ਦੀ ਚੈਕਿੰਗ ਕੀਤੀ ਗਈ, ਜਿਸ ਮੌਕੇ ਤੇ ਉੱਤੇ ਜਿੱਥੇ ਤਹਿਸੀਲਦਾਰ ਮੌਕੇ ਤੇ ਹਾਜ਼ਰ ਪਾਏ ਗਏ ਪਰ BDPO ਮੈਡਮ ਮੌਕੇ ਤੇ ਗੈਰ ਹਾਜ਼ਰ ਸਨ। ਮੈਂ ਜਦੋਂ ਵੀ, ਵੈਸੇ ਮੇਰੀ ਆਦਤ ਵੀ ਹੈਗੀ ਹੈ 15 ਦਿਨ ਮਹੀਨੇ ਬਾਅਦ ਚੈੱਕ ਕਰਨਾ। BDO ਸਾਹਿਬ ਦੇ ਦਫ਼ਤਰ ਹੁਣ ਤੱਕ ਮੈਂ 10 ਵਾਰ ਚੈੱਕ ਕਰ ਚੁੱਕਿਆ ਹੈ, 10 ਵਜੇ ਵੀ, 10:30 ਵਜੇ ਵੀ, 11 ਵਜੇ ਵੀ, ਕਈ ਵਾਰ ਸ਼ਾਮ ਨੂੰ ਵੀ। ਕਦੇ ਵੀ BDO ਸਾਹਿਬ ਮੈਨੂੰ ਦਫ਼ਤਰ ਵਿੱਚ ਨਹੀਂ ਮਿਲੇ ਹੈਗੇ। ਅੱਜ ਵੀ ਅਸੀਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਆਰਡਰ ਸੀ ਕਿ ਸਾਰੇ ਅਫੀਸਰ 9 ਵਜੇ ਦਫ਼ਤਰਾਂ 'ਚ ਬੈਠਣ, ਦਫ਼ਤਰਾਂ 'ਚ ਹਾਜ਼ਰੀ ਲਵਾਉਣ ਅਤੇ ਲੋਕਾਂ ਦੇ ਕੰਮ ਹੋਣ। ਅਸੀਂ 9:30 ਵਜੇ ਤੱਕ BDO ਦਫ਼ਤਰ ਦੇ ਵਿੱਚ ਕੋਈ ਵੀ ਉਹਨਾਂ ਦਾ JE, ਕੋਈ ਸੁਪਰਡੈਂਟ, ਕੋਈ BDO ਸਾਹਿਬ, ਕੋਈ ਵੀ ਬੰਦਾ ਉੱਥੇ ਦਫ਼ਤਰ ਸਾਨੂੰ ਮੌਜੂਦ ਨਹੀਂ ਮਿਲਿਆ ਹੈ। ਇਹ ਵਾਰ-ਵਾਰ ਕੰਪਲੇਂਟਾਂ ਅਸੀਂ ਕਰੀਆਂ ਵੀ ਹੈਗੀਆਂ ਇਹਨਾਂ ਦੀਆਂ, ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ, ਜਿਹੜੇ ਆਰਡਰ ਤੁਹਾਡੇ ਹੈ, ਤੁਹਾਡੇ ਆਰਡਰਾਂ ਨੂੰ ਵੀ ਅਣਗੌਲੇ ਕਰ ਰਹੇ ਜਿਹੜੇ ਅਫਸਰ ਹੈ, ਉਹਨਾਂ 'ਤੇ ਬਣਦੀ ਕਾਰਵਾਈ ਕਰੋ, ਨਹੀਂ ਤੁਸੀਂ ਫੇਲ ਮੁੱਖ ਮੰਤਰੀ ਗਿਣੇ ਜਾਣਾ ਹੈ। ਲੋਕਾਂ ਨੇ ਕਹਿਣਾ ਹੈ ਤੁਸੀਂ ਪ੍ਰੈਸ ਵਿੱਚ ਜਾ ਕੇ ਕੁਝ ਬਿਆਨ ਦੇ ਦਿੰਦੇ ਪਰ ਆਰਡਰ ਵੀ ਕੱਢ ਦਿੰਦੇ ਤੁਸੀਂ ਲਿਖਤੀ, ਪਰ ਤੁਹਾਡੇ ਆਰਡਰਾਂ ਦਾ ਅਸਰ ਨਹੀਂ ਹੋ ਰਿਹਾ। ਇਹਨਾਂ 'ਤੇ ਜਿਹੜੇ ਅਫਸਰ ਗੈਰ ਹਾਜ਼ਰ ਪਾਏ ਗਏ ਇਹਦੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ। ਔਰ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਇਹ ਪਹਿਲਾਂ ਵੀ ਕਦੇ ਵੀ ਲੇਟ ਨਹੀਂ ਹੋਏ ਹੈ। ਜਦ ਵੀ ਮੈਂ ਇਹਨਾਂ ਨੂੰ ਫੋਨ ਕਰਿਆ 9 ਵਜੇ ਦਫ਼ਤਰ 'ਚ ਮਿਲਦੇ ਆ ਔਰ ਲੋਕਾਂ ਦੇ ਕੰਮ ਕਰਦੇ ਆ, ਨਾ ਲੋਕਾਂ ਦੀ ਕੋਈ ਕੰਪਲੇਂਟ ਹੈ ਇਹਨਾਂ ਵੱਲੋਂ। ਇਸ ਕਰਕੇ ਹਾਜ਼ਰ ਪਾਏ ਗਏ ਹੈ। ਵੈਸੇ ਵੀ 9 ਵਜੇ ਆਉਂਦੇ ਹੈ, ਇਹਨਾਂ ਨੂੰ ਅੱਜ ਦੇ ਆਰਡਰਾਂ ਦਾ ਕੋਈ ਮਤਲਬ ਨਹੀਂ, ਪਹਿਲਾਂ ਵੀ ਸਮੇਂ ਸਿਰ ਹੀ ਆਉਂਦੇ ਹੈ ਨਾਇਬ ਤਹਿਸੀਲਦਾਰ ਸਾਹਿਬ। ਇਸ ਕਰਕੇ ਇਹਦਾ ਜਿਹੜਾ ਕੰਮ ਹੈ ਵਧੀਆ ਚੱਲਦਾ ਹੈ। ਜਿਹੜੇ ਦਫ਼ਤਰਾਂ ਦਾ ਨਹੀਂ ਚੱਲਦਾ ਹੈ, ਔਰ ਮੈਂ ਤੁਹਾਡੇ ਜ਼ਰੀਏ ਰੋਪੜ ਦੇ ਸਾਰੇ ਅਫੀਸਰਾਂ ਨੂੰ, ਆਨੰਦਪੁਰ ਸਾਹਿਬ SDM ਸਾਹਿਬ, ਤਹਿਸੀਲਦਾਰ ਸਾਹਿਬ, DSP ਸਾਹਿਬ, ਜਿੰਨੇ ਵੀ ਹੈਗੇ ਆ, ਉਹਨਾਂ ਨੂੰ ਵੀ ਕਹਿਣ ਦਿੰਦਾ ਕਿ ਕੱਲ੍ਹ ਨੂੰ ਮੈਂ ਤੁਹਾਡੇ ਦਫ਼ਤਰਾਂ 'ਚ ਵੀ ਚੈੱਕ ਕਰੂੰਗਾ, ਕੱਲ੍ਹ ਕਰਾਂਗਾ, ਪਰਸੋਂ ਕਰਾਂਗਾ। ਮੈਨੂੰ 9 ਵਜੇ ਦੇਖਣੇ ਚਾਹੀਦੇ ਸਾਰੇ ਦਫ਼ਤਰਾਂ ਵਿੱਚ ਅਫਸਰ ਜਿੰਨੇ ਵੀ ਹੈਗੇ ਆ, ਜ਼ਿਲ੍ਹੇ ਲੈਵਲ 'ਤੇ, ਹੈੱਡਕੁਆਟਰ ਲੈਵਲ 'ਤੇ। ਇਹ ਨਾ ਹੋਵੇ ਕੱਲ੍ਹ ਤੁਸੀਂ ਨਹੀਂ ਹੋਗੇ, ਨਹੀਂ ਮੈਂ ਤੁਹਾਡੇ ਖਿਲਾਫ ਵੀ ਪੂਰੀ ਕਾਰਵਾਈ ਕਰਾ ਕੇ ਹਟਾਂਗਾ। ਹੁਣ ਮੈਂ ਪਿੱਛਾ ਪੈ ਗਿਆ, ਮੁੱਖ ਮੰਤਰੀ ਦਾ ਹੀ ਘੇਰੀ ਜਾਣਾ ਹੈ, ਮੁੱਖ ਮੰਤਰੀ ਨੂੰ ਜਵਾਬ ਦੇਣਾ ਪੈਣਾ ਹੈ ਔਰ ਅਫਸਰ ਸਸਪੈਂਡ ਕਰਕੇ ਘਰੇ ਬਿਠਾਉਣੇ ਪੈਣੇ, ਟਰਮੀਨੇਟ ਕਰਕੇ। ਕਿਆ ਤੁਸੀਂ ਬਤੌਰ ਇਲਾਕਾ ਮੈਜਿਸਟ੍ਰੇਟ ਜਿਸ ਤਰ੍ਹਾਂ ਕਹਿ ਲਓ ਕਿ BDPO ਸਰ ਉਹ ਵੀ ਤੁਹਾਡੇ ਵੀ ਅੰਡਰ ਹੈ, ਜੇ ਆਪਾਂ ਬਤੌਰ ਮੈਜਿਸਟ੍ਰੇਟ ਗੱਲ ਕੀਤੀ ਜਾਵੇ ਸਰ, ਤੁਹਾਡਾ ਇਹਦੇ ਪ੍ਰਤੀ ਕੀ ਐਕਸ਼ਨ ਹੁੰਦਾ ਜੇ ਅਜਿਹੇ ਹਾਲਾਤ ਹੋਣ? ਦੇਖੋ ਜੀ, ਮੈਂ ਚੈੱਕ ਕਰਕੇ ਪਤਾ ਗੱਲ ਕਰ ਲੈਂਦਾ ਉਹਨਾਂ ਨਾਲ, ਮੈਡਮ ਮੈਡਮ ਨਾਲ ਵੀ ਕਿੱਥੇ ਆ ਜੀ। ਹਾਂ, ਉਹਦੇ ਮੁਤਾਬਕ ਜੋ ਵੀ ਹੈ ਗੱਲ ਕਰਕੇ ਤੁਹਾਨੂੰ ਦੱਸ। ਜਿੱਦਾਂ MLA ਸਾਹਿਬ ਨੇ ਹੁਣ ਤੁਹਾਨੂੰ ਦੱਸੇ ਦਿੱਤਾ ਲਗਭਗ ਵੀ ਤੁਹਾਡੇ ਹਾਲਾਤ ਕੀ ਹੈ, ਤੁਹਾਨੂੰ ਦੱਸੇ ਦਿੱਤਾ ਵੀ ਕੋਈ ਨਹੀਂ, ਮੈਂ ਚੈੱਕ ਕਰਾ ਲੈਣਾ ਜੀ, ਬਿਲਕੁਲ ਮੈਂ ਆਪਣੇ ਲੈਵਲ ਤੇ ਚੈੱਕ ਕਰਾ ਲੈਣਾ, ਜੋ ਕਾਰਵਾਈ ਹੋਊਗੀ ਉਹਦੇ ਬਾਅਦ ਕਾਰਵਾਈ ਕਰਦੇ ਜੀ। ਠੀਕ ਹੈ ਜੀ, ਮਿਹਰਬਾਨੀ। ਓਕੇ, ਥੈਂਕ ਯੂ। ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਲੋਕੀ ਤਾਂ ਆਉਂਦੇ ਹੀ ਨੇ, ਬਲਕਿ ਬਾਹਰਲੇ ਰਾਜਾਂ ਤੋਂ ਵੀ ਇੱਥੇ ਮਰੀਜ਼ ਇਲਾਜ ਲਈ ਆਉਂਦੇ ਹਨ। ਪਰ ਹੁਣ ਸਿਵਲ ਹਸਪਤਾਲ ਖੁਦ ਬਿਮਾਰ ਚੱਲ ਰਿਹਾ। ਦਰਅਸਲ ਇੱਥੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ ਸਨ, ਜਿਹੜੇ ਫੇਲ ਪਾਏ ਗਏ ਨੇ, ਮਤਲਬ ਪਾਣੀ ਪੀਣ ਯੋਗ ਨਹੀਂ ਹੈ, ਜਿਹੜਾ ਕਿ ਇੱਕ ਵੱਡਾ ਸਵਾਲ ਹੈ। ਲੋਕਾਂ ਦਾ ਇਲਾਜ ਕਰਨ ਵਾਲਾ ਹਸਪਤਾਲ ਆਪ ਦੂਸ਼ਿਤ ਹੋਇਆ ਪਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਮੁੱਢਲੀਆਂ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇ। स्वास्थ्य विभाग ਨੂੰ ਉਸ ਤੋਂ ਲੈ ਜੋ ਸੈਂਪਲ ਫੇਲ ਆਇਆ ਤੇ ਹੋਰ ਵੀ ਥਾਵਾਂ 'ਤੇ ਜੋ ਪਾਣੀ ਦੀ ਜੇ ਸ਼ੱਕੀ ਹੈ ਗਤੀਵਿਧੀਆਂ ਤੇ ਜਿਹੜੇ ਸੈਂਪਲ ਨੂੰ ਦੁਆਰਾ ਲੈ ਕੇ ਭੇਜੇ ਜਾਣਗੇ। ਉਸ ਤੋਂ ਪਹਿਲਾਂ ਸਾਰੀਆਂ ਟੈਂਕੀਆਂ ਦੀ ਜਾਂ ਪਾਣੀ ਦੇ ਸੋਰਸ ਆ ਉਹਨਾਂ ਦੀ ਸਫਾਈ ਕਰਾਈ ਜਾਵੇ ਤੇ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਹਦਾਇਤਾਂ ਕਰਤੀਆਂ ਗਈਆਂ ਹਨ ਵੀ ਸਾਰੀਆਂ ਪਾਣੀ ਦੀਆਂ ਟੈਂਕੀਆਂ ਸਫਾਈ ਕਰਾਈ ਜਾਵੇ। ਜੋ ਵੀ ਕੂਲਰ ਹੈ ਉਹਨਾਂ ਦੀ ਪੂਰੀ ਸਫਾਈ ਦਾ ਖਿਆਲ ਰੱਖਿਆ ਜਾਵੇ ਅਤੇ ਮੁੜ ਤੋਂ ਉਹਨਾਂ ਦੀ ਟੈਸਟਿੰਗ ਕਰਾਈ ਜਾਵੇ। ਪਾਣੀ ਨਹੀਂ ਸਹੀ ਆ ਰਿਹਾ, ਮੈਂ ਖੁਦ ਇੱਥੇ ਐਡਮਿਟ ਹੈਗਾ ਨਾ ਸਰ, ਤੇ ਪਾਣੀ ਨਾਲ ਹੀ ਲੋਕੀ ਬਿਮਾਰ ਹੋ ਰਹੇ ਆ। ਉਹ ਪਾਣੀ ਦੇ ਟੈਸਟ ਲਿੱਤੇ ਜਾਣ ਜਾਂ ਇੱਥੇ ਚੇਂਜ ਕੀਤਾ ਜਾਏ ਵਾਟਰ ਕੂਲਰ ਵਗੈਰਾ, ਜੇ ਨਾ ਐਕਵਾ ਵੀ ਨਹੀਂ ਲੱਗਾ ਇੱਥੇ, ਕੁਛ ਨਹੀਂ ਹੈ। ਜਿੰਨੇ ਵੀ ਮਰੀਜ਼ ਹੈਗੇ ਸਾਰੇ ਬਿਮਾਰ ਹੋ ਰਹੇ ਪਾਣੀ ਕਰਕੇ, ਕਿਉਂਕਿ ਪਾਣੀ ਕਰਕੇ ਹੀ ਬੰਦਾ ਬਿਮਾਰ ਹੁੰਦਾ ਹੈ। ਕੀ ਕਹਿਣਾ ਚਾਹੋਗੇ ਤੁਸੀਂ ਪ੍ਰਸ਼ਾਸਨ ਨੂੰ? ਇਹ ਕਹਿਣਾ ਚਾਹਾਂਗੇ ਕਿ ਇੱਥੇ ਆ ਕੇ ਸੈਂਪਲ ਲਿੱਤੇ ਜਾਣ ਔਰ ਨਵਾਂ ਵਾਟਰ ਕੂਲਰ ਜਾਂ ਪਾਣੀ ਦਾ ਕੁਛ ਕੀਤਾ ਜਾਵੇ। ਹਾਂਜੀ, ਮਨਦੀਪ ਸਿੰਘ। ਖੰਨਾ ਦੇ BDPO ਦਫ਼ਤਰ ਦੇ ਕਰਮਚਾਰੀਆਂ ਨੂੰ ਨਹੀਂ ਹੈ ਕੋਈ ਪਰਵਾਹ ਤੇ ਨਾ ਹੀ ਇਹਨਾਂ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਕੋਈ ਪਰਵਾਹ ਹੈ। ਜਦਕਿ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸਭ ਸਾਫ਼ ਹੋ ਗਿਆ। ਹਾਲਾਂਕਿ SDM ਖੁਦ ਚੈਕਿੰਗ ਕਰਨ ਪਹੁੰਚੀ, ਜਿੱਥੇ ਉਹਨਾਂ ਨੇ ਮੁਲਾਜ਼ਮਾਂ ਦੀ ਕਲਾਸ ਵੀ ਲਗਾਈ ਤੇ ਡਿਊਟੀ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ।
ਨਹੀਂ, ਮੈਂ ਸਿਰਫ ਅੱਜ ਅਟੈਂਡੈਂਸ ਦੇਖੀ ਹੈ ਐਜ਼ ਆਫ ਨਾਓ। ਡਾਇਰੈਕਸ਼ਨਸ ਤਾਂ ਦੇਖੋ ਸਾਨੂੰ ਪਹਿਲਾਂ ਤੋਂ ਹੀ ਹੈਗੀਆਂ ਨੇ, ਗਵਰਨਮੈਂਟ ਆਫਿਸਿਸ ਦੇ ਟਾਈਮ ਨੇ ਜਿਹੜੇ ਰੈਗੂਲਰ 9 to 5 PM ਹੈਗੇ ਨੇ। ਡਿਊ ਟੂ ਕਿ ਆਪਾਂ ਪਬਲਿਕ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਜਸਟ ਇੱਕ ਚੈਕਿੰਗ ਇੱਦਾਂ ਦੀਆਂ ਰੈਂਡਮਲੀ ਮੰਥਲੀ ਕੀਤੀਆਂ ਵੀ ਜਾਂਦੀਆਂ ਨੇ, ਜਿਨ੍ਹਾਂ ਨੂੰ ਸਾਡੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮੰਥਲੀ ਮੀਟਿੰਗ ਦੇ ਵਿੱਚ ਰਿਵਿਊ ਕੀਤਾ ਜਾਂਦਾ। ਸਾਡੇ ਬਹੁਤੇ ਦਫ਼ਤਰਾਂ ਦੇ ਵਿੱਚ ਇੱਦਾਂ ਦੀ ਦਿੱਕਤ ਨਹੀਂ ਆਉਂਦੀ ਹੈਗੀ। ਹੁਣ ਮੈਂ ਯੂ ਆਫਿਸ ਵੀ ਚੈੱਕ ਕੀਤਾ ਤੇ ਉਹਨਾਂ ਦੇ ਮੈਂ ਰਜਿਸਟਰ ਹੀ ਅਜੇ ਮੈਂ ਚੈੱਕ ਕਰਕੇ ਨਾਲ ਲੈ ਆਈ ਹਾਂ, ਕਿਉਂਕਿ ਬਹੁਤ ਜ਼ਿਆਦਾ ਉਹਨਾਂ ਦਾ ਸਟਾਫ ਦੀ ਸਟਰੈਂਥ ਹੁੰਦੀ ਹੈ। ਸੋ ਡਿਟੇਲ ਦੇ ਵਿੱਚ ਜੇ ਮੈਂ ਉੱਥੇ ਬੈਠ ਜਾਂਦੀ ਤਾਂ ਮੇਰੇ ਤੋਂ ਨੈਕਸਟ ਆਫਿਸ ਨਹੀਂ ਸੀ ਚੈੱਕ ਹੋ ਪਾਣਾ। ਸੋ ਐਜ਼ ਆਫ ਨਾਓ ਜੋ ਮੈਂ BDPO ਆਫਿਸ ਦੇਖਿਆ, ਮੈਨੂੰ ਠੀਕ ਲੱਗ ਰਿਹਾ ਕੰਮ। ਇੱਕ ਸੋਬਨ ਸਾਹਿਬ ਦੀ ਛੁੱਟੀ ਦਾ ਮੇਰੇ ਧਿਆਨ 'ਚ ਆਇਆ ਇਸ਼ੂ, ਉਹ ਮੈਂ ਕ੍ਰਾਸ ਚੈੱਕ ਕਰਕੇ ਮੈਂ DC ਸਾਹਿਬ ਨੂੰ ਉਹਦੇ ਅਕੋਰਡਿੰਗ ਰਿਪੋਰਟ ਕਰਾਂਗੀ। ਅਸੀਂ 9 ਵਜੇ ਉਰੇ ਪਹੁੰਚ ਗਏ ਸੀ ਤੇ ਆਲਮੋਸਟ ਸਟਾਫ ਦੇ 1-2 ਮੈਂਬਰ ਹੀ ਆਏ ਹੋਏ ਸੀਗੇ, ਬਾਕੀ ਦੇਖੋ 9-5 ਤੱਕ ਆਪਾਂ ਸਾਰਿਆਂ ਦੀ ਪ੍ਰੋਬਲਮ ਥੋੜੀ ਜਿਹੀ ਜੈਨੂਨ ਹੁੰਦੀ ਹੈ, ਕਈ ਵਾਰੀ ਘੜੀਆਂ ਦਾ ਵੀ ਫਰਕ ਹੁੰਦਾ 5 ਮਿੰਟ ਦਾ। ਸੋ 9-5 ਤੱਕ ਆਪਾਂ ਇਸ ਚੀਜ਼ ਨੂੰ ਇੰਨਾ ਸਟ੍ਰਿਕਟਲੀ ਆਪਾਂ ਨਹੀਂ ਫੋਲੋ ਕਰਾਂਗੇ। ਸਟਾਫ ਸਾਰਾ ਸੀਰੀਅਸ ਹੁੰਦਾ, ਕਿਉਂਕਿ ਮੈਂ ਦੇਖਿਆ ਮੇਰੇ ਫੀਲਡ ਆਫਿਸਰ ਤੇ ਇਨਕਲੂਡਿੰਗ ਸਾਨੂੰ ਵੀ 5 ਵਜੇ ਦੀ ਕੋਈ ਸਾਡੀ ਲਿਮਿਟ ਨਹੀਂ ਰਹਿੰਦੀ। ਜਦੋਂ ਸਾਡੀਆਂ ਸੀਟਾਂ ਤੇ ਕੰਮ ਹੈ, ਪਬਲਿਕ ਡੀਲਿੰਗ ਹੈ, ਤਾਂ ਅਸੀਂ 5 ਵਜੇ ਦੇ ਬਜਾਏ ਸਾਨੂੰ 7 ਵੀ ਵੱਜ ਜਾਣ ਤਾਂ ਉਹਦੇ ਲਈ ਵੀ ਅਸੀਂ ਪਾਬੰਦ ਹਾਂ, ਅਸੀਂ ਸੀਟਾਂ ਛੱਡ ਕੇ ਜਾ ਨਹੀਂ ਸਕਦੇ। ਸੋ ਇਹਨਾਂ 9:05 ਤੱਕ ਓਬਲਾਈਜ਼ ਕੀਤਾ ਜਾ ਸਕਦਾ ਹੈ। ਮੈਮ ਕੀ ਨਾਮ ਹੈ ਤੁਹਾਡਾ? ਸਵਰਨ ਸਿੰਘ ਜੀ। ਕਿਹੜੇ ਪਿੰਡ ਤੋਂ ਆਏ ਹੋ? ਫੈਜ਼ਗੜ੍ਹ ਤੋਂ ਜੀ। ਖੰਨੇ BDPO ਦਫ਼ਤਰ ਦੇ ਵਿੱਚ ਅਧਿਕਾਰੀ ਟਾਈਮ ਨਾਲ ਮਿਲ ਜਾਂਦੇ ਨੇ? CM ਨੇ ਆਦੇਸ਼ ਦਿੱਤੇ 9 ਵਜੇ ਆ ਜਾਣ ਤੇ। ਇਹ CM ਦੇ ਆਦੇਸ਼ਾਂ ਦੀ ਅੱਜ ਕੇ ਪਾਲਣਾ ਹੋਣ ਲੱਗੀ ਆ, ਪਹਿਲਾਂ ਤਾਂ ਕਦੇ ਹੋਈ ਨਹੀਂ ਹੈਗੀ ਜੀ। ਦੇਖੋ ਜੀ ਕਿੰਨੇ ਕੁ ਦਿਨ ਹੁੰਦੀ ਹੈ, ਜ਼ਿਆਦਾ ਜਾਂ 10 ਕੁ ਦਿਨ ਚੱਲੂ, ਇਸ ਤੋਂ ਵੱਧ ਨਹੀਂ ਚੱਲਣੀ ਜੀ। ਕਿਉਂਕਿ ਜਿਹੜੀਆਂ ਵੀ ਕਾਨੂੰਨ ਲਾਗੂ ਹੁੰਦੇ ਨੇ ਥੋੜ੍ਹਾ ਚਿਰ ਲਈ ਹੁੰਦੇ ਨੇ ਜੀ, ਉਹ ਫਿਰ 5-4 ਦਿਨ ਬਾਅਦ ਜੀ ਉਸੇ ਰੇਂਜ 'ਚ ਆ ਜਾਂਦੇ ਨੇ। ਕੰਮ ਹੁੰਦੇ ਨੇ ਉਰੇ? ਕੰਮ ਕੋਈ ਨਹੀਂ ਹੁੰਦਾ ਉਰੇ। ਕੰਮ ਤਾਂ ਜੀ ਦਰਖਾਸਤਾਂ ਜੀ, ਮੇਰਾ ਖਿਆਲ ਹੈ ਸਾਰੇ ਪੰਜਾਬ 'ਚ ਜੇ ਦਰਖਾਸਤਾਂ ਹੋਣਗੀਆਂ ਤਾਂ ਖੰਨੇ ਬਲਾਕ ਦੀਆਂ ਸਾਰਿਆਂ ਨਾਲੋਂ ਮਾੜਾ ਹਾਲ ਖੰਨੇ ਬਲਾਕ ਦਾ ਜੀ। ਇਸ ਤੋਂ ਵੱਧ ਕੋਈ ਉਹ ਨਹੀਂ ਹੈਗਾ ਜੀ। ਵੀ ਜੇ ਆਪਾਂ ਕਦੇ ਦੇਖਿਆ ਨਾ ਜੀ 23 ਜ਼ਿਲ੍ਹੇ ਨੇ ਪੰਜਾਬ 'ਚ, ਤਾਂ 23 ਜ਼ਿਲ੍ਹਿਆਂ 'ਚ ਹੋ ਸਕਦਾ ਵੀ ਖੰਨੇ ਨਾਲੋਂ ਮਾੜਾ ਹਾਲ ਕਿਤੇ ਨਹੀਂ ਹੈਗਾ ਜੀ। ਖੰਨੇ ਨਾਲੋਂ ਮਾੜਾ ਹਾਲ ਕਿਤੇ ਨਹੀਂ ਹੈਗਾ ਪੰਜਾਬ 'ਚ। ਖੰਨੇ BDO ਦਫ਼ਤਰ ਦਾ ਜਿੰਨਾ ਮਾੜਾ ਹਾਲ ਆ ਜੀ ਸ਼ਿਕਾਇਤਾਂ ਦੇ ਬਾਰੇ 'ਚ, ਹੋਰ ਕਿਸੇ ਕੰਮ 'ਚ ਨਹੀਂ ਕਹਿੰਦਾ ਆਪਾਂ ਸ਼ਿਕਾਇਤਾਂ ਦੇ ਬਾਰੇ 'ਚ। ਅਤੇ ਸ਼ਿਕਾਇਤਾਂ ਦਾ ਜੀ ਜਾਣੀ 25/6/2019 ਤੋਂ ਮੈਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੀ। ਐਡਾ ਫਰਾਡ ਹੋਇਆ ਜੀ, ਮਤਲਬ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਜੀ। ਹਾਂਜੀ, ਤੇ BDO ਦਫ਼ਤਰ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ। ਨੇਪਾਲ ਸੀਮਾ ਤੋਂ 1 ਸਾਲ ਪਹਿਲਾਂ ਗੁੰਮ ਹੋਇਆ ਗੂੰਗਾ ਬਹਿਰਾ ਨੌਜਵਾਨ, ਜਿਸ ਨੂੰ ਮਰਿਆ ਸਮਝ ਕੇ ਦੁੱਖ ਵੀ ਮਨਾ ਲਿਆ ਸੀ, ਉਸ ਦੇ ਲਈ ਪਠਾਨਕੋਟ ਦਾ ਇੱਕ ਪਰਿਵਾਰ ਫਰਿਸ਼ਤਾ ਬਣ ਕੇ ਆਇਆ ਤੇ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਭਰਾ ਮਾਸਟਰ ਮੁਹੰਮਦ ਨਿਹਾਰ ਅਲੀ ਨੇ ਦੱਸਿਆ ਹੈ ਕਿ ਉਸ ਦਾ ਭਰਾ ਨੇਪਾਲ ਸੀਮਾ ਤੇ ਪੈਂਦੇ ਪਿੰਡ ਬਾਹਰ ਦਾ ਰਹਿਣ ਵਾਲਾ ਹੈ ਤੇ 1 ਸਾਲ ਤੋਂ घर तो लापता सी, पर उसनु मिल के बेहद खुशी हुई है। खुशी की बात है कि इनका नाम है नियामत रज़ा, और नियामत रज़ा काफ़ी 1 साल से बहुत ज़्यादा कहीं क्या हुआ था उनके साथ, वो अल्लाह ही बेहतर जाने। आज वो आए हैं तो देखिए, तो कैमरामैन से गुजारिश करूँगा कि वो पब्लिक को दिखाया जाए कितनी बेहतरीन अंदाज में गाँव में खुशियाँ हैं। बहुत बड़ी खुशी की बात है कि बच्चा आया है यहाँ पे। जनकराज एक्स सरपंच कोठी बनता दी। कुछ दिन पहला मैं बाजार जा रहा सी, रस्ते के किनारे एक आदमी मिले जो कि बीमार सी, उसने बहुत तेज बुखार चढ़िया होया सी। मैं उसनू डॉक्टर को जाके उसका ट्रीटमेंट कराया। ट्रीटमेंट कराने तो बाद मैनू पता लगा कि ये आदमी ना सुन सकता है ना बोल सकता है, तो ना इसको कोई इसको फोन नंबर सी। को तलाशी लैन ते ये को आधार कार्ड मिले, उस आधार कार्ड के बेस पर मैं लैटर लिख के ये घर लैटर भेजी, जो कि 10 दिन बाद उन्होंने घर पुजी अपना फोन नंबर लिख के भेजा। तो उन्होंने मैनू फोन नंबर पर कंटैक्ट किया। अज वो भरा उसनू लैन आ रहा, आया तो लैके जा रहा। मेरा नाम मास्टर MD निहाल अली है। मैं बिहार के रहने वाले हूँ, नेपाल बॉर्डर से। मेरा भाई एक नियामत था जो गूंगा बहरा था, कुछ दिन पहले वो खो गया था। तो हम लोग तिलना छोड़ दिए कि शायद वो जिंदा नहीं है। कुछ दिन के बाद पठानकोट से मुझे एक लेटर भेजा गया, वहाँ से बोला कि नहीं आपका भाई जिंदा है, मेरे पास है, आकर के ले सकते हैं। हम कुछ दिन के बाद नेपाल बॉर्डर से 2000 किलोमीटर चल करके एरोप्लेन द्वारा आए। आके देखते हैं मेरा भाई कुछ मंगल है, सही है। और हम लोग आए तो हम लोग का स्वागत बहुत अच्छे से किया गया, रहने सहने का इंतजाम, खाने पीने का सब कुछ अच्छा किया गया। और उसका पूरा जिंदगी भर हम लोग का जितना परिवार है सब बस्ती वाले मिलकर पूरा जिंदगी आभारी रहे। ਜਲੰਧਰ ਦੇ ਥਾਣਾ ਰਾਮਾ ਮੰਡੀ ਦੇ ਬਾਹਰ ਅੱਜ ਕਾਂਗਰਸ ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਦਾ ਦੋਸ਼ ਹੈ ਕਿ ਥਾਣਾ ਮੁਖੀ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਹੈ ਤੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਅੱਜ ਉਹਨਾਂ ਨੇ ਸਾਥੀਆਂ ਨਾਲ ਮਿਲ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਮੈਂ ਤੋਂ
ਵਾਰਡ ਨੰਬਰ 16 ਦੇ ਵਿੱਚੋਂ ਕੌਂਸਲਰ ਹਾਂ। ਮਨਮੋਹਨ ਸਿੰਘ ਰਾਜੂ ਮੇਰਾ ਨਾਮ ਹੈ। ਅੱਜ ਇਹ ਕੁਛ ਸਾਡੇ ਏਰੀਆ ਰਾਮਨਗਰ ਏਕਤਾ ਨਗਰ ਦੇ ਵਿੱਚੋਂ ਕੋਈ ਮੁਲਜ਼ਮ ਫੜ ਕੇ ਲਿਆਏ ਆ ਸ਼ੱਕ ਦੇ ਤੌਰ ਤੇ। ਅਸੀਂ ਸ਼ਾਮੀ ਮੈਂ ਤੇ ਮੇਰਾ ਬੇਟਾ ਇਹਨਾਂ ਕੋਲ ਆਏ ਆ ਪੁੱਛਣ ਵਾਸਤੇ ਵੀ ਕਿਸ ਗੱਲੋਂ ਮੁੰਡੇ ਲਿਆ ਕੇ ਆਏ ਤੁਸੀਂ। SHO ਨੂੰ ਮੈਂ ਫੋਨ ਕੀਤਾ। SHO ਸਾਹਿਬ ਕਹਿੰਦੇ ਵੀ ਮੈਂ ਇੱਥੇ ਹੈ ਨਹੀਂਗਾ ਥਾਣੇ। ਮੈਨੂੰ ਕਹਿੰਦੇ ਕੰਮ ਦੱਸੋ। ਮੈਂ ਕਿਹਾ ਉਸ ਮਸਲੇ 'ਚ ਆਏ ਜਿਹੜੇ ਮੁੰਡੇ ਲੈ ਕੇ ਆਏ ਆ ਵੀ ਮੁੰਡੇ ਬੇਕਸੂਰ ਹੈਗੇ ਵਿੱਚੋਂ, ਵੀ ਕਿਸੇ ਨੇ ਧੱਕਾ ਨਾ ਕਰਿਓ। ਮੈਨੂੰ ਕਹਿੰਦਾ ਮੈਂ ਥਾਣੇ ਹੈ ਨਹੀਂਗਾ, ਮੈਂ ਥਾਣੇ ਆ ਕੇ ਗੱਲ ਕਰਾਂਗਾ। ਮੈਂ ਫੋਨ ਬੰਦ ਕਰਤਾ। ਮੈਂ ਮੁੰਸ਼ੀ ਸਾਹਿਬ ਦੇ ਕਮਰੇ 'ਚ ਬੈਠਾ ਗਿਆ, ਬੇਟਾ ਵੀ ਮੇਰਾ ਬਹਿ ਗਿਆ। ਸਾਨੂੰ ਕਿਸੇ ਨੇ ਦੱਸਿਆ ਵੀ SHO ਸਾਹਿਬ ਉੱਤੇ ਕਮਰੇ 'ਚ ਬੈਠੇ ਹੋਏ ਆ, ਪ੍ਰਾਈਵੇਟ ਬੰਦਿਆਂ ਨਾਲ ਗੱਲ ਕਰ ਰਹੇ ਕੋਈ। ਅਸੀਂ ਪੌੜੀਆਂ ਚੜ੍ਹ ਕੇ ਉੱਪਰ ਚਲੇ ਗਏ। ਮੈਂ ਦਰਵਾਜ਼ਾ ਖੋਲ੍ਹਿਆ। SHO ਜਿਸ ਬੰਦੇ ਦੇ ਅਸੀਂ ਮਗਰ ਆਏ ਸੀ ਉਹਦੀ ਤਫਤੀਸ਼ ਕਰ ਰਿਹਾ ਸੀ। ਨਾਲ ਇਹਨਾਂ ਦਾ ਲੀਡਰ ਬੈਠਾ ਸੀ ਗੁਰਵਿੰਦਰ ਸਿੰਘ, ਨਾਲ ਸਾਡਾ ਕਾਂਗਰਸ ਦਾ ਇੱਥੋਂ ਨਾਲ ਦੇ ਪਾਸਿਓਂ ਇਲੈਕਸ਼ਨ ਲੜਿਆ 14 ਨੰਬਰ 'ਚੋਂ ਜਸਵਿੰਦਰ ਬਿੱਲਾ ਬੈਠਾ ਹੋਇਆ ਸੀ, ਇਲੈਕਸ਼ਨ ਨੂੰ ਡਿਫੀਟ ਕਰ ਗਿਆ ਸੀ। ਜਿੱਦਾਂ ਹੀ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਵੜਿਆ, SHO ਨੇ ਬਹੁਤ ਰੂਟਲੀ ਇੰਨਾ ਜ਼ਿਆਦਾ ਮਿਸਬਿਹੇਵ ਕੀਤਾ ਮੇਰੇ ਨਾਲ, ਮੇਰੇ ਬੇਟੇ ਨਾਲ। ਬਾਰ ਅੰਦਰ ਨਾ ਆਓ, ਬਾਰ ਇਨਵੈਸਟੀਗੇਸ਼ਨ ਕਰਦੇ ਪਏ ਆ। ਦੱਸੋ ਅਸੀਂ ਮੁਲਜ਼ਮ ਹੈ, ਅਸੀਂ ਮੋਹਤਵਰ ਬੰਦੇ ਆ। ਇੱਕ ਸਿਵਲ ਦਾ ਬੰਦਾ ਤੁਸੀਂ ਕੋਲ ਬਿਠਾ ਕੇ ਇਨਵੈਸਟੀਗੇਸ਼ਨ ਕਰਦੇ ਪਏ ਹੋ। ਮੌਜੂਦਾ ਕੌਂਸਲਰ ਆਇਆ, ਤੁਸੀਂ ਉਹਨੂੰ ਕਹਿੰਦੇ ਬਾਰ ਅੰਦਰ ਨਾ ਆਓ, ਅਸੀਂ ਇਨਵੈਸਟੀਗੇਸ਼ਨ ਕਰਦੇ ਪਏ ਹਾਂ। ਇਹ ਕਿਹੋ ਜਿਹਾ ਤਰੀਕਾ ਤੁਹਾਡਾ ਇਨਵੈਸਟੀਗੇਸ਼ਨ ਕਰਨ ਦਾ? ਇਹਨਾਂ ਨੇ ਸਾਨੂੰ ਕਮਰੇ 'ਚ ਉੱਥੋਂ ਬਾਹਰ ਕੱਢ ਦਿੱਤਾ। ਅਸੀਂ ਥੱਲੇ ਆ ਗਏ ਹਾਂ। ਅਸੀਂ ਬਾਹਰ ਆ ਕੇ 3-4 ਮਿੰਟ ਬਾਅਦ SHO ਸਾਹਿਬ ਵੀ ਥੱਲੇ ਆ ਗਏ ਆ। ਮੈਂ ਤੇ ਮੇਰੇ ਬੇਟੇ ਨੇ ਅੰਦਰ ਕਮਰੇ 'ਚ ਜਾ ਕੇ ਇਹਨਾਂ ਨੂੰ ਕਿਹਾ ਵੀ SHO ਸਾਹਿਬ ਤੁਸੀਂ ਚੰਗਾ ਨਹੀਂ ਕੀਤਾ, ਵੀ ਮੋਹਤਵਰ ਬੰਦੇ ਦੀ ਬੇਇੱਜ਼ਤੀ ਕੀਤੀ ਆ, ਵੀ ਮੇਰੇ ਪਾਪਾ ਕੌਂਸਲਰ ਤੁਸੀਂ ਉਹਨਾਂ ਦੀ ਬੇਇੱਜ਼ਤੀ ਕੀਤੀ ਆ। ਉਹਨੂੰ ਕਹਿੰਦੇ ਤੂੰ ਮੇਰੇ ਨਾਲ ਉਂਗਲ ਚੁੱਕ ਕੇ ਗੱਲ ਨਾ ਕਰ। ਉਹਨਾਂ ਧੱਕੇਸ਼ਾਹੀ ਕਰਨ ਲੱਗ ਗਿਆ। ਮੁੰਡੇ ਮੇਰੇ ਨੂੰ ਇਹਨਾਂ ਨੇ ਚੁੱਕ ਕੇ ਹਵਾਲਾ 'ਚ ਦੇ ਦਿੱਤਾ, ਅੰਦਰ ਬਿਠਾਤਾ ਚੁੱਕ ਕੇ। ਮੈਂ ਇਹਦੀਆਂ ਮਿੰਨਤਾਂ ਕਰਦਾ ਰਿਹਾ ਵੀ ਇਹ ਤੁਹਾਡਾ ਮਿਸਬਿਹੇਵ ਹੈ, ਇਹ ਕੰਮ ਨਾ ਕਰੋ, ਅਸੀਂ ਮੋਹਤਵਰ ਬੰਦੇ ਆ, ਤੁਸੀਂ ਇਹ ਇੰਨੀ ਧੱਕੇਸ਼ਾਹੀ ਨਾ ਕਰੋ। ਮੈਨੂੰ ਇਨਫੋਰਮੇਸ਼ਨ ਗਈ ਸੀ ਕਿ ਆਪਣੇ ਕਾਂਗਰਸ ਦੇ ਕੌਂਸਲਰ ਸਾਹਿਬ ਰਾਜੂ ਸਾਹਿਬ ਨੇ ਕੁਝ ਥਾਣੇ ਧਰਨਾ ਲਾਇਆ ਹੋਇਆ। ਉਸ ਸੰਬੰਧ 'ਚ ਮੈਂ ਥਾਣੇ ਆਇਆ ਸੀ। ਮੈਂ ਫਿਰ ਵੈਰੀਫਾਈ ਕੀਤਾ। ਉਹ ਕੌਂਸਲਰ ਸਾਹਿਬ ਦਾ ਇਹ ਸੀ ਕਿ ਮੈਂ ਥਾਣੇ ਅੰਦਰ ਗਿਆ ਤੇ ਕਿਸੇ ਕੰਮ ਕਰਕੇ ਗਏ ਸੀ ਤੇ SHO ਸਾਹਿਬ ਵੱਲੋਂ ਕੋਈ ਮਾੜਾ ਵਤੀਰਾ ਕੀਤਾ ਗਿਆ, ਜਿਸ ਸੰਬੰਧ 'ਚ ਅਸੀਂ ਇਨਕੁਆਇਰੀ ਕਰ ਰਹੇ ਹਾਂ ਤੇ ਉਹ ਜੋ ਸਿੱਟਾ ਨਿਕਲੂਗਾ ਫਿਰ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਊਗੀ। ਦੇਰ ਸ਼ਾਮਗੜ੍ਹ ਸ਼ੰਕਰ ਨੇੜੇ ਚੰਡੀਗੜ੍ਹ ਸੜਕ ਦੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਦੀ ਬੱਸ ਅਤੇ ਇੱਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਪਿੰਡ ਚੱਕ ਗੁਰੂ ਦੇ ਦੋਵੇਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਚੱਕ ਗੁਰੂ ਦੇ ਨਿਵਾਸੀ ਲਖਵੀਰ ਸਿੰਘ ਲੱਖਾ ਅਤੇ ਜਗਦੀਪ ਸਿੰਘ ਦੀਪਾ ਮੋਟਰਸਾਈਕਲ ਤੇ ਸਵਾਰ ਹੋ ਕੇ ਗੜਸ਼ੰਕਰ ਤੋਂ ਪਿੰਡ ਨੂੰ ਜਾ ਰਹੇ ਸੀ। ਪਿੰਡ ਪਨਾਮ ਦੇ ਪੈਟਰੋਲ ਪੰਪ ਨੇੜੇ ਇਹਨਾਂ ਦੇ ਮੋਟਰਸਾਈਕਲ ਦੀ ਟੱਕਰ ਸਾਹਮਣੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਹੋ ਗਈ। ਹਾਦਸੇ 'ਚ ਦੋਵੇਂ ਨੌਜਵਾਨਾਂ ਦੇ ਮਾਰੇ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ। ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਸਾਡੇ ਕੋਲ 108 ਐਂਬੂਲੈਂਸ ਆਈ ਪਹਿਲਾਂ ਤਾਂ ਐਕਸੀਡੈਂਟ ਹੋਇਆ ਸੀ ਉਹਦਾ ਚੱਕ ਫੁੱਲੇ ਦੇ ਨੇੜੇ ਹੋਇਆ ਐਕਸੀਡੈਂਟ ਤੇ ਬੋਡੀ ਦਾ ਨਾਮ ਜਗਦੀਪ ਸਿੰਘ ਦੱਸਿਆ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਨਾਲ ਦੱਸਿਆ ਗਿਆ ਕਿ ਸਾਡੇ ਕਰਮਚਾਰੀ ਹਸਪਤਾਲ ਦਾ ਕਰਮਚਾਰੀ ਵੀ ਸੀਗਾ ਨਾਲ, ਉਸੇ ਦੇ ਨਾਲ ਸੀਗਾ ਤੇ ਦੋਨਾਂ ਦੀ ਹੀ ਦੱਸਿਆ ਜਿਸ ਹਿਸਾਬ ਨਾਲ ਪਤਾ ਲੱਗਿਆ ਸਾਨੂੰ ਕਿ ਦੋਨਾਂ ਦੀ ਹੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ। ਠੀਕ ਹੈ ਤੇ ਜਿਹੜਾ ਸਾਡਾ ਕਰਮਚਾਰੀ ਸੀਗਾ ਹਸਪਤਾਲ ਦਾ ਉਹਨੂੰ ਉਹ ਬਾਅਦ ਵਿੱਚ ਲੈ ਕੇ ਆਏ ਪ੍ਰਾਈਵੇਟ ਵਿੱਚ ਕਾਰ ਵਿੱਚ ਤੇ ਆਪਾਂ ਦੋਨਾਂ ਦੀ ਬੋਡੀ ਨੂੰ ਪਿੱਛੇ ਰਖਵਾ ਰਹੇ ਆਪਾਂ ਮੋਰਚਰੀ ਵਿੱਚ। ਇਹੀ ਕਹਾਣੀ ਹੈ। ਬਾਕੀ ਪੁਲਿਸ ਨੂੰ ਇਤਲਾ ਕਰ ਦਿੱਤੀ ਗਈ ਸੀ ਤੇ ਹਾਂਜੀ ਮੈਡਮ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਹੈ? ਸਰ ਨਾਕੇ ਤੇ ਮਿਲੀ ਸੀ ਸਾਨੂੰ ਇੱਕ ਇੰਟੀਮੇਸ਼ਨ ਆਈ ਸੀ ਐਕਸੀਡੈਂਟ ਦੇ ਰਿਗਾਰਡਿੰਗ ਕਿ ਪਨਾਮ ਮੇਨ ਰੋਡ ਤੇ ਐਕਸੀਡੈਂਟ ਹੋਇਆ ਹੈ। ਮੌਕੇ ਤੇ ਪਹੁੰਚ ਕੇ ਦੇਖਿਆ ਕਿ ਪੰਜਾਬ ਰੋਡਵੇਜ਼ ਦੀ ਬੱਸ ਦੇ ਨਾਲ ਮੋਟਰਸਾਈਕਲ ਤੇ ਦੋਨੋਂ ਨੌਜਵਾਨ ਸਵਾਰ ਸੀਗੇ, ਉਹਨਾਂ ਦਾ ਐਕਸੀਡੈਂਟ ਹੋਇਆ ਸੀ। ਇੱਕ ਦੀ ਡੈਥ ਮੌਕੇ ਤੇ ਹੋ ਗਈ ਸੀ, ਦੂਜੇ ਨੂੰ ਆਪਾਂ ਐਂਬੂਲੈਂਸ ਦੇ ਰਸਤੇ ਹਸਪਤਾਲ ਭੇਜਿਆ ਸੀ ਜਿੱਥੇ ਆ ਕੇ ਪਤਾ ਲੱਗਿਆ ਕਿ ਉਹਦੀ ਵੀ ਡੈਥ ਹੋ ਗਈ ਹੈ। ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ। ਮੈਡਮ ਬੱਸ ਡਰਾਈਵਰ ਦਾ ਪਤਾ ਲੱਗਾ ਕੋਈ? ਬੱਸ ਡਰਾਈਵਰ ਮੌਕੇ ਤੋਂ ਫਰਾਰ ਹੈ। ਅੱਛਾ ਜੀ। ਬੱਸ ਸਾਡੇ ਕਬਜ਼ੇ ਦੇ ਵਿੱਚ। ਤਰਨਤਾਰਨ ਦੇ ਥਾਣਾ ਵੈਰੇਵਾਲ ਅਧੀਨ ਆਉਂਦੇ ਪਿੰਡ ਬੋਦਲਕੀੜੀ ਵਿਖੇ ਭਰਾ ਅਤੇ ਭਰਜਾਈ ਵੱਲੋਂ ਮਿਲ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਸ਼ਨਾਖਤ ਨਿਰਵੈਰ ਪੁੱਤਰ ਰੌਣਕੀ ਰਾਮ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪਤੀ ਨਿਰਵੈਰ ਸਿੰਘ ਦਾ ਝਗੜਾ ਆਪਣੇ ਸਕੇ ਭਰਾ ਜਗਰੂਪ ਸਿੰਘ ਅਤੇ ਉਹਨਾਂ ਦੀ ਪਤਨੀ ਹਰਜੀਤ ਕੌਰ ਨਾਲ ਹੋ ਗਿਆ, ਜਿਸ ਦੌਰਾਨ ਨਿਰਵੈਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਮੇਰੇ ਪਾਪਾ ਦਾ ਨਿਰਵੈਰ ਸਿੰਘ ਸੀ
ਤੇ ਦਾਦੇ ਨੇ ਮਰਵਾਇਆ ਸੀ ਆਪਣੇ ਛੋਟੇ ਭਰਾ ਕੋ, ਵੱਡੇ ਭਰਾ ਨੂੰ ਮਰਵਾਇਆ, ਮਾਲ ਤੋਂ ਮਰਵਾਇਆ। ਮੇਰਾ ਪਿਓ ਤੇ ਮਾਲ ਚਾਰਦਾ ਸੀ, ਬੱਕਰੀਆਂ ਚਾਰਦਾ ਸੀ, ਮਤਲਬ ਉਹਨਾਂ ਕੋਲ ਖੋਂਦੇ ਸੀ ਤੇ ਮੇਰੇ ਅਸੀਂ ਤੇ 4 ਭੈਣਾਂ ਸੀ। ਉਹ ਕਿਲੋ ਸਾਲ ਬਾਅਦ ਵੇਚਦੇ ਸੀ, ਸਾਨੂੰ ਮਿਲਦੇ ਵਰਤਦੇ ਸੀ। ਇਸੇ ਗੱਲੋਂ ਇਹਨਾਂ ਨੇ ਸਾਡੇ ਪਿਓ ਕੋ ਮਾਲ ਖੋਲਦੇ ਸੀ ਤੇ ਇਹਨਾਂ ਨੂੰ ਮਾਰਤਾ, ਜਾਨੋਂ ਮਾਰ ਦਿੱਤਾ। ਝਗੜਾ ਕਿੰਨੇ ਵਜੇ ਹੋਇਆ ਕੱਲ? ਹੋਇਆ 8-9 ਵਜੇ ਨਾਲ ਹੋਇਆ ਸੀ। ਕੌਣ ਕੌਣ ਗਲ ਪਿਆ ਤੁਹਾਡੇ ਪਿਓ ਦੇ? ਇੱਕ ਦਾਦਾ ਪਿਆ ਸੀ, ਇੱਕ ਚਾਚਾ ਪਿਆ ਸੀ। 4 ਭਰਾ ਏ, ਸਭ ਤੋਂ ਛੋਟੇ ਨੇ ਮਾਰਿਆ ਜੀ। ਕੀ ਨਾਂ ਉਹਨਾਂ ਦਾ? ਉਹਨਾਂ ਦਾ ਗੁਰਜੂਬ ਆ ਜੀ। ਚਾਚੀ ਦਾ ਆਪਣੀ ਦਾ ਨਾਮ ਲੈ। ਕੀ ਮੰਗ ਕੀ ਕਰਨੀ ਚਾਹੁੰਦੇ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਕੋਲੋਂ? ਕੀ ਮੰਗ? ਅਸੀਂ ਇਹੋ ਚਾਹੁੰਦੇ ਹਾਂ ਸਾਡਾ ਕੁਛ ਸੋਚੋ, ਬਸ ਸਾਡੇ ਮਾਂ ਸਾਡਾ ਤੇ ਕੋਈ ਨਹੀਂ ਹੈਗਾ, ਸਿਰਫ ਸਾਡਾ ਸੋਚੋ, ਸਾਨੂੰ ਕਾਰਵਾਈ ਚਾਹੀਦੀ ਹੈ ਬਸ। ਇਹ ਵੀਰ ਜੀ ਮੇਰਾ ਸੰਧੂ ਸਾਹਿਬ ਲੱਗਦੇ ਆ ਤੇ ਸਾਨੂੰ ਸਵੇਰੇ ਪਤਾ ਲੱਗਾ ਕੱਲ ਸ਼ਾਮੀ ਲੜੇ ਆ। ਇਹ ਆਪਸ ਵਿੱਚ ਤਿੰਨੇ ਪਿਓ ਪੁੱਤ ਝਗੜੇ ਆ। ਛੋਟੇ ਭਰਾ ਨੇ ਇੱਟਾਂ ਮਾਰ ਕੇ ਤੇ ਉਹਨੂੰ ਮਾਰਤਾ ਵੀਰ ਜੀ। ਤੇ ਇਸ ਕਰਕੇ ਪਤਾ ਨਹੀਂ ਵੀ ਇਹ ਕਿਹੜੀ ਗੱਲਾਂ ਉਹਦੇ ਗਲ ਪਏ ਆ, ਕੀ ਗੱਲ ਵਾ। ਅਸੀਂ ਇਹ ਕੰਮ ਝੂਠਾ ਕਹਿ ਦਈਏ ਵੀ ਆਹ ਝਗੜਾ ਵਾ, ਪਰ ਇਹ ਆ ਵੀ ਕੰਮ ਬਹੁਤ ਇਹਨਾਂ ਮਾੜਾ ਕੀਤਾ ਵੀਰ ਜੀ। ਇੱਥੇ ਪਰਚਾ ਹੋਣਾ ਚਾਹੀਦਾ। ਦੋਵੇਂ ਜੀ ਨਿੱਕਾ ਭਰਾ ਤੇ ਨਿੱਕੇ ਦੀ ਘਰ ਦੀ ਪਏ ਆ, ਇਹਨਾਂ ਦੋਵਾਂ ਤੇ ਪਰਚਾ ਹੋਣਾ ਚਾਹੀਦਾ। ਨਾਂ ਕੀ ਨਿੱਕੇ ਭਰਾ ਦਾ? ਜਗਰੂਪ ਸਿੰਘ, ਉਹਦੀ ਪਤਨੀ ਦਾ ਨਾਂ ਕੀ ਉਹ ਕਾਕਾ? ਹਾਂ, ਹਰਜੀਤ ਕੌਰ। ਇਹਨਾਂ ਦੋਵਾਂ ਜੀਆਂ ਨੇ ਮਾਰਿਆ ਸਾਨੂੰ ਟਕਾਲੇ। ਤੇ ਕੀ ਮੰਗ ਕੀ ਕਰਨੀ ਚਾਹੁੰਦੇ ਤੁਸੀਂ? ਮੰਗ ਅਸੀਂ ਇਹੋ ਕਰਨਾ ਚਾਹੁੰਦੇ ਆ ਵੀ ਇਹਨਾਂ ਦੇ ਪਰਚਾ ਹੋਵੇ, ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ। ਮੈਂ SHO ਵੈਰੋਵਾਲ। ਅੱਜ ਸਵੇਰੇ ਕਰੀਬ 9 ਵਜੇ ਸਾਡੇ ਕੋਲ ਸਰਬਜੀਤ ਕੌਰ ਪਿੰਡ ਬੋਦਲਗੜੀ ਤੋਂ ਇੱਕ ਇਤਲਾਹ ਲੈ ਕੇ ਆਈ। ਉਸਨੇ ਦੱਸਿਆ ਕਿ ਕੱਲ ਦਿਨੇ ਸਵੇਰ ਦੇ ਵਕਤ ਕਰੀਬ 10 ਵਜੇ ਉਸਦੇ ਪਤੀ ਨਰਵੈਲ ਸਿੰਘ ਤੇ ਉਸਦੇ ਦਿਓਰ ਰੂਪ ਸਿੰਘ ਤੇ ਰੂਪ ਸਿੰਘ ਦੀ ਪਤਨੀ ਹਰਜੀਤ ਕੌਰ ਦੀ ਆਪਸ ਵਿੱਚ ਕੋਈ ਲੜਾਈ ਹੋਈ। ਮਸਲਾ ਇਹ ਸੀ ਕਿ ਉਹਨਾਂ ਨੇ ਸਾਂਝੀਆਂ ਭੇਡਾਂ ਰੱਖੀਆਂ ਹੋਈਆਂ ਨੇ ਦੋਨੋਂ ਭਰਾਵਾਂ ਦੀਆਂ, ਤੇ ਲੜਾਈ ਦਾ ਕਾਰਨ ਇਹ ਰਿਹਾ ਕਿ ਉਹ ਵੱਡੇ ਭਰਾ ਨੂੰ ਕਿਹਾ ਕਿ ਤੁਸੀਂ ਭੇਡਾਂ ਚਾਰ ਕੇ ਆਓ, ਉਸਨੇ ਮਨਾ ਕਰਤਾ। ਜਿਸ ਤੋਂ ਬਾਅਦ ਲੜਾਈ ਇੱਕ ਵਾਰ ਸੁਬਾਹ ਟਲ ਗਈ। ਸ਼ਾਮ ਦੇ ਟਾਈਮ ਦੁਬਾਰਾ ਫਿਰ ਇਸੇ ਗੱਲ ਤੇ ਖੈਬੜਬਾਜ਼ੀ ਦੋਨਾਂ 'ਚ ਵੱਧ ਗਈ ਤੇ ਰੂਪ ਸਿੰਘ ਤੇ ਉਹਨਾਂ ਦੀ ਪਤਨੀ ਹਰਜੀਤ ਕੌਰ ਨੇ ਉਹਨੂੰ ਫੜ ਕੇ ਥੱਲੇ ਸੱਟ ਲਿਆ ਤੇ ਰੂਪ ਸਿੰਘ ਨੇ ਇੱਟਾਂ ਦੇ ਨਾਲ ਉਹਦੇ ਸਿਰ ਦੇ ਵਿੱਚ ਕਈ ਵਾਰ ਵਾਰ ਕੀਤਾ। ਇਸ ਤੋਂ ਬਾਅਦ ਨਰਵੈਲ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਜੰਡਿਆਲਾ ਹਸਪਤਾਲ ਵਿਖੇ ਉਹਨਾਂ ਨੂੰ ਐਡਮਿਟ ਕਰਾਇਆ, ਜਿੱਥੇ ਡਾਕਟਰਾਂ ਨੇ ਉਹਦੀ ਮਰਮ ਪੱਟੀ ਕੀਤੀ ਤੇ ਘਰੇ ਭੇਜ ਦਿੱਤਾ। ਤੇ ਰਾਤ ਨੂੰ ਨਰਵੈਲ ਸਿੰਘ ਦੀ ਮੌਤ ਹੋ ਗਈ। ਸਵੇਰੇ ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਹੈ ਤੇ ਸਵੇਰੇ ਸਰਬਜੀਤ ਕੌਰ ਦਾ ਬਿਆਨ ਦਰਜ ਕੀਤਾ ਗਿਆ ਹੈ ਤੇ ਬਿਆਨਾਂ ਦੇ ਆਧਾਰ ਤੇ ਰੂਪ ਸਿੰਘ ਤੇ ਉਹਨਾਂ ਦੀ ਪਤਨੀ ਹਰਜੀਤ ਕੌਰ ਦੇ ਖਿਲਾਫ 302 ਤੇ IPC 34 ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਨਰਵੈਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜਿਆ ਗਿਆ ਹੈ। ਜਿਵੇਂ ਰਿਪੋਰਟ ਆਏਗੀ ਅਗਲੀ ਤਫਤੀਸ਼ ਆਰੰਭ ਕਰ ਦਿੱਤੀ ਜਾਏਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ DAV ਯੂਨੀਵਰਸਿਟੀ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਜਿੱਥੇ ਉਹਨਾਂ ਦਾ ਵਿਦਿਆਰਥੀਆਂ ਤੋਂ ਸਟਾਫ ਨੇ ਭਰਵਾਂ ਸਵਾਗਤ ਕੀਤਾ। ਚੰਨੀ ਨੇ ਕਿਹਾ ਕਿ ਵਿਦਿਆ ਨੂੰ ਮਿਆਰੀ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਸਮਾਂ ਘੱਟ ਹੈ, ਕੰਮ ਜ਼ਿਆਦਾ ਹੈ ਤੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਘੱਟ ਸਮੇਂ ਵਿੱਚ ਸਾਰੇ ਕੰਮ ਨਿਬੇੜੇ ਜਾਣ। ਬੀਤੇ ਦਿਨੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਸਿਰਫਰੇ ਵੱਲੋਂ ਕੀਤੀ ਬੇਅਦਬੀ ਦੇ ਮਾਮਲੇ ਵਿੱਚ ਭਾਵੇਂ ਰੂਪਨਗਰ ਪੁਲਿਸ ਵੱਲੋਂ ਦੋਸ਼ੀ ਖਿਲਾਫ 295A ਤੋਂ ਇਲਾਵਾ UAPA ਅਤੇ ਹੋਰ ਕਈ ਧਾਰਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਪਰੰਤੂ ਇਸ ਦੇ ਬਾਵਜੂਦ ਨਿਹੰਗ ਸਿੰਘ ਅਤੇ ਸਿੱਖ ਜਥੇਬੰਦੀਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਮੁੜ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਪੱਕਾ ਮੋਰਚਾ ਲਗਾ ਦਿੱਤਾ ਹੈ। ਹਾਂਜੀ ਬਾਬਾ ਜੀ, ਅੱਜ ਦਾ ਜਿਹੜਾ ਹੈਗਾ ਇਕੱਠ ਰੱਖਿਆ ਗਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਕੀ ਕਾਰਨ ਹੈ, ਕਿਉਂ ਰੱਖਿਆ ਗਿਆ ਤੇ ਕੀ ਜਿਹੜਾ ਹੈਗਾ ਅੱਜ ਮਤੇ ਪਾਸ ਕੀਤੇ? ਇਹ ਜਿਹੜਾ ਇਕੱਠ ਹੈ ਜੀ, ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਖਤ ਸਾਹਿਬ ਦੇ ਉੱਤੇ ਕਿਸੇ ਇੱਕ ਪੰਥ ਦੋਖੀ ਨੇ, ਦੁਸ਼ਟ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਸੰਦਰਭ ਦੇ ਵਿੱਚ ਸੰਗਤਾਂ 13 ਤਰੀਕ ਤੋਂ ਹੁਣ ਤੱਕ ਮੋਰਚਾ ਲਾਈ ਬੈਠੇ ਸੀ ਤੇ ਪਿਛਲੇ ਦਿਨੀ ਜਿਹੜੇ ਪੰਥ ਦੇ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨਿਹੰਗ ਜਥੇਬੰਦੀਆਂ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਜੀ, ਜਥੇਦਾਰ ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਤੇ ਹੋਰ ਜਿਹੜੇ ਜਥੇਬੰਦੀਆਂ ਦੇ ਮੁਖੀ ਹੈ, ਉਹ ਇੱਥੇ ਆਏ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ 22 ਤਰੀਕ ਤੱਕ, ਕਿਉਂਕਿ 20 ਤਰੀਕ ਨੂੰ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਾਉਣਾ ਸੀ ਤੇ 22 ਨੂੰ ਭੋਗ ਪੈਣਾ ਸੀ। ਅਸੀਂ ਉਹਨਾਂ ਨੂੰ ਆਹ ਜਿਹੜੀਆਂ ਮੰਗਾਂ ਇਹ ਅਸੀਂ ਉਹਨਾਂ ਨੂੰ ਦਿੱਤੀਆਂ ਸੀਗੀਆਂ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਇਹੀ ਮੰਗਾਂ ਦਿੱਤੀਆਂ ਸੀ
ਤੇ ਉਹਨਾਂ ਨੂੰ ਇਹ ਕਿਹਾ ਸੀ ਵੀ ਇਹਨਾਂ ਤੇ ਕਾਰਵਾਈ ਕਰਾ ਦਿਓ। ਜਿਹੜੇ ਸ਼੍ਰੋਮਣੀ ਕਮੇਟੀ ਦਾ ਅਦਾਰਾ ਹੈ, ਜਿਹੜੇ ਬੰਦਿਆਂ ਦੀ ਕੁਤਾਹੀ ਕਰਕੇ ਇਹ ਜਿਹੜੀ ਹੈ ਘਟਨਾ ਵਾਪਰੀ ਹੈ, ਉਹਨਾਂ ਨੂੰ ਵੀ ਕੋਈ ਨਾ ਕੋਈ ਸਜ਼ਾ ਮਿਲਣੀ ਚਾਹੀਦੀ। ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਜਿਹੜੇ ਬੰਦੇ ਦੋਸ਼ੀ ਹੈ, ਜਿਨ੍ਹਾਂ ਨੇ ਇਹ ਜਿਹੜੀ ਬੇਅਦਬੀ ਹੈ ਇਹ ਜਿਨ੍ਹਾਂ ਕਰਕੇ ਹੋਈ ਹੈ, ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਜਾਂ ਜਿਨ੍ਹਾਂ ਦੇ ਪ੍ਰਬੰਧਾਂ 'ਚ ਘਾਟ ਆ ਗਈ, ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਤੁਸੀਂ ਉਹਨਾਂ ਨੂੰ ਵੀ ਜਾਣੀ ਉਹ ਸਾਨੂੰ ਸੰਗਤ ਨੂੰ ਦੱਸਿਆ ਜਾਵੇ ਕਿਹੜੇ ਬੰਦਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹਨਾਂ ਨੂੰ ਕੀ ਸਜ਼ਾ ਦੇਣੀ ਹੈ। ਤੇ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਨੂੰ ਕਿਹਾ ਸੀਗਾ ਵੀ ਜੇ ਤੁਸੀਂ 22 ਤਰੀਕ ਤੱਕ ਸਮਾਂ ਦੇ ਦਿਓ, ਅਗਰ 22 ਤਰੀਕ ਤੱਕ ਇਹ ਨਹੀਂ ਕੋਈ ਗੱਲ ਕਰਦੇ, ਬੀਬੀ ਜਗੀਰ ਕੌਰ ਉਹ ਨਹੀਂ ਆਉਣਗੇ, ਉਹ ਗੱਲ ਕਰਨਗੇ ਜੋ ਵੀ ਕਰਨ ਵਾਲਾ। ਪਰ ਅੱਜ ਬੀਬੀ ਜਗੀਰ ਕੌਰ ਨੇ ਕੋਈ ਗੱਲ ਨਹੀਂ ਕੀਤੀ, ਉਹ ਜਿੱਦਾਂ ਆਏ ਸੀ ਉੱਦਾਂ ਹੀ ਉੱਥੇ ਮੱਥਾ ਟੇਕ ਕੇ ਵਾਪਸ ਮੁੜ ਗਏ। ਤੇ ਜਿਹੜੀਆਂ ਜਥੇਬੰਦੀਆਂ ਦੇ ਮੁਖੀ ਹੈ ਉਹ ਵੀ ਨਹੀਂ ਆਏ, ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਤੁਹਾਡੇ ਨਾਲ ਬੈਠਾਂਗੇ। ਜਿਹੜੇ ਸਾਡੇ ਮਤੇ ਹੈ ਜਿਹੜੇ ਆਪਾਂ ਪਾਸ ਕੀਤੇ ਹੈ, ਉਹਨਾਂ ਦੇ ਵਿੱਚ ਇੱਕ ਤਾਂ ਜਥੇਦਾਰ ਸਾਹਿਬ ਉਹਨਾਂ ਦਾ ਅਸਤੀਫਾ, ਹੈੱਡ ਗ੍ਰੰਥੀ ਸਾਹਿਬ ਦਾ ਅਸਤੀਫਾ ਤੇ ਜਿਹੜਾ ਮੈਨੇਜਰ ਹੈ ਇੱਥੋਂ ਦਾ ਉਹਦਾ ਅਸਤੀਫਾ। ਹਾਂਜੀ ਬਾਬਾ ਜੀ, ਕੀ ਨਾਮ ਆ, ਕਿਹੜੀ ਜਗ੍ਹਾ ਤੋਂ ਜੀ? ਅਸੀਂ ਜੀ ਨਾਂ ਤਾਂ ਗੁਰਦੀਪ ਸਿੰਘ ਹੈ, ਵੈਸੇ ਇਲਾਕੇ 'ਚ ਪ੍ਰਚਲਿਤ ਨੌ ਭਲਵਾਨ ਸਿੰਘ ਸਾਰੇ ਆਪਣੇ ਵੀਰ ਆਪਣੇ ਪਿੰਡ ਦੇ ਨਗਰਾਂ ਦੇ ਹੀ ਹੈ। ਮਰਿੰਡੇ ਦੇ ਲਵੇ ਨਸਲਪੁਰ ਪਿੰਡ ਹੈ ਜੀ। ਬਾਬਾ ਜੀ ਕੀ ਕਹਿਣਾ ਚਾਹੁੰਦੇ, ਜਿਹੜਾ ਅੱਜ ਮੋਰਚਾ ਫਿਰ ਦੁਬਾਰਾ ਲੱਗ ਗਿਆ ਹੈਗਾ? ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਕਾਰਾਂ ਦਾ ਹੱਥ ਹੈ ਪਿੱਛੇ, ਅੱਜ ਮੋਰਚਾ ਫਿਰ ਲੱਗਿਆ ਗਿਆ। ਉਹ ਇਹ ਬੀਬੀ ਜਗੀਰ ਕੌਰ ਦਾ ਹੱਥ ਹੈ, ਖੁਦ SGPC ਦਾ ਇਹਨਾਂ ਦਾ ਹੱਥ ਹੈ। ਉਦੋਂ ਬੀਬੀ ਜਗੀਰ ਕੌਰ ਇੱਥੇ ਬਿਆਨ ਦੇ ਕੇ ਗਈ ਹੈ ਸਾਡੇ ਕੋਲ ਕਿ ਅਸੀਂ ਕਾਨੂੰਨ ਹੱਥ ਵਿੱਚ ਥੋੜ੍ਹਾ ਲੈਣਾ ਸੀ। ਗੋਲਕਾ ਇਹਨਾਂ ਦੇ ਹੱਥ 'ਚ, ਤਖਤ ਇਹਨਾਂ ਦੇ ਹੱਥ 'ਚ, ਹੋਰ ਸਭ ਕੁਝ ਇਹਨਾਂ ਦੇ ਹੱਥ 'ਚ, ਪਰ ਦੋਸ਼ੀ ਨੂੰ ਸਜ਼ਾ ਦੇਣੀ ਇਹਨਾਂ ਦੇ ਹੱਥ 'ਚ ਨਹੀਂ ਹੈ। ਇਹਨਾਂ ਦੇ ਆਪਣੇ ਨਾਲ 15-15, 20-20 ਗਨਮੈਨ, 3-3, 4-4, 5-5 ਗੱਡੀਆਂ ਗੁਰੂ ਸਾਹਿਬ ਦੀ ਰੱਖਿਆ ਲਈ ਕੁਝ ਵੀ ਨਹੀਂ। ਅਨੰਦਪੁਰ ਸਾਹਿਬ ਦੀ ਇੱਕ ਬੀਬੀ ਨੇ ਫੜਿਆ, ਉਹ ਬੀਬੀ ਨੇ ਜੱਫੀ ਭਰ ਕੇ ਫੜਿਆ, ਇਹ ਕਹਿੰਦੇ ਸਾਡੀ ਟਾਸਕ ਫੋਰਸ ਨੇ ਫੜਿਆ। ਇਸ ਕਰਕੇ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਿੱਖਾਂ ਦਾ ਪ੍ਰਬੰਧ ਹੈ। ਸਿੱਖ ਨਹੀਂ ਹੈ ਇਹ, ਮਲੇਸ਼ ਖਾਲਸਾ। ਇਹ ਵੀ ਮਹਾਰਾਜ ਦੀ ਬਚਨ ਹੋਏ ਵੇ ਤੇ ਇਹ ਮਲੇਸ਼ ਇਕੱਠੇ ਹੋਏ ਵੇ ਮਸੰਦ, ਸਮਝ ਗਏ। ਇਹ ਤਾਂ ਆਪਣੇ ਸਿੱਖਾਂ ਦੇ ਹੱਥ 'ਚ ਜੇ ਪ੍ਰਬੰਧ ਆਊਗਾ ਤਾਂ ਹੀ ਕੁਛ ਸਹੀ ਤਰੀਕੇ ਨਾਲ ਸੇਵਾ ਚੱਲੂਗੀ, ਨਹੀਂ ਤਾਂ ਇਹ ਕੰਮ ਹੋਣੇ ਤੇ ਹਟਣੇ ਨਹੀਂ ਹੈ। ਜਰਨੈਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜੀਵਨ ਸਿੰਘ, ਨਿਹੰਗ ਸਿੰਘ ਖਾਲਸਾ ਦਲ, ਦਾਸ ਜਹੇਦਰ ਬਾਬਾ ਕੁਲਵਿੰਦਰ ਸਿੰਘ। ਤੇ ਕੀ ਕਹਿਣਾ ਚਾਹੁੰਦੇ ਤੇ ਦੁਬਾਰਾ ਮੋਰਚਾ ਲੱਗ ਗਿਆ? ਬੀਬੀ ਜਗੀਰ ਕੌਰ ਆਈ ਸੀ, ਉਹਨਾਂ ਨੇ ਕਿਹਾ ਕਿ ਸਰਕਾਰਾਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੇ, ਤੇ ਉਹਨਾਂ ਨੇ ਅਪੀਲ ਵੀ ਕੀਤੀ ਸੀ ਜਥੇਬੰਦੀਆਂ ਨੂੰ ਵੀ ਥਾਣੇ ਕਚਹਿਰੀਆਂ ਜਿਹੜੇ ਪੁਲਿਸ ਦੇ ਅੱਗੇ ਧਰਨੇ ਲਾਏ ਜਾਣ, ਇੱਥੇ ਲਾਣਾ ਸਹੀ ਨਹੀਂ ਹੈ। ਸਭ ਤੋਂ ਪਹਿਲਾਂ ਤੇ ਅਸੀਂ ਬੀਬੀ ਜਗੀਰ ਕੌਰ ਨੂੰ ਵੀ ਬੇਨਤੀ ਕਰਦੇ ਹਾਂ, ਜਿੰਨੀ ਸ਼੍ਰੋਮਣੀ ਕਮੇਟੀ ਹੈ, ਸਾਡੀ ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਜੀ, ਚਲੋ ਬਾਬਾ ਗੱਜਣ ਸਿੰਘ ਜੀ, ਜਿੰਨੇ ਵੀ ਨਿਹੰਗ ਸਿੰਘ ਸੰਪਰਦਾ, ਸੰਤ ਸਮਾਜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸਿੰਘ ਸਾਹਿਬ, ਜਿੰਨੇ ਅਕਾਲ ਤਖਤ ਦੇ ਜਥੇਦਾਰ ਜਾਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਸਾਰੇ ਅੱਗੇ ਇਹੀ ਬੇਨਤੀ ਕਰਦੇ ਹਾਂ ਵੀ ਜੇ ਦੋਸ਼ੀ, ਜਿੰਨਾ ਅਸੀਂ ਕਹਿੰਦੇ ਜੇ ਪ੍ਰਸ਼ਾਸਨ ਨੂੰ ਅਸੀਂ ਦਿੱਤਾ ਤੇ ਅਸੀਂ ਵੀ ਵਿੱਚ ਉਹਦੇ ਦੋਸ਼ੀ ਹਾਂ। ਪ੍ਰਸ਼ਾਸਨ ਨੂੰ ਸਾਡਾ ਦੇਣ ਦਾ ਹੱਕ ਨਹੀਂ ਸੀ ਬਣਦਾ, ਕਿਉਂਕਿ ਦੇਖੋ 10ਵੇਂ ਪਾਤਸ਼ਾਹ ਨੇ ਸਾਨੂੰ ਇਸ ਕਰਕੇ ਨਿਹੰਗ ਸਿੰਘ ਨਹੀਂ ਸਾਜਿਆ। ਸ਼ਸਤਰ ਰੱਖਣ ਦਾ ਸਾਡਾ ਕੋਈ ਫਾਇਦਾ ਨਹੀਂ। ਜੇ ਸਾਡੇ ਗੁਰੂ ਘਰ ਦੀ ਕੋਈ ਬੇਅਦਬੀ ਕਰਕੇ ਤੇ ਅਸੀਂ ਉਹਨੂੰ ਥਾਣੇ ਦਈਏ, ਸਾਡਾ ਉਹਦਾ ਫਰਜ਼ ਬਣਦਾ ਸੀ। ਜੇ ਨਹੀਂ, ਅਸੀਂ ਜਿਹੜੇ ਹੱਥਾਂ ਨਾਲ ਉਹਨੇ ਬੇਅਦਬੀ ਕੀਤੀ, ਸਿਰਗਟ ਪੀਤੀ, ਅਸੀਂ 2 ਹਾਥੀ ਉਹਦੇ ਵੜ ਦਿੰਦੇ। ਸਾਡੇ ਕੋਲ ਕਿੰਨੀ ਟਾਸਕ ਫੋਰਸ ਆ, ਕਿੰਨੀ ਸਾਡੇ ਨਾਲ ਸਿਕਿਉਰਿਟੀ ਆ। ਹਰ ਚੀਜ਼ ਦਾ ਇਹ ਮੁੱਦਾ ਨਹੀਂ ਹੈਗਾ ਵੀ ਅਸੀਂ ਹਰ ਬੰਦਾ ਪੁਲਿਸ ਨੂੰ ਚੱਕ ਕੇ ਦੇ ਦਈਏ, ਨਹੀਂ। ਸਾਡੀਆਂ ਨਿਹੰਗ ਸਿੰਘਾਂ ਜਥੇਬੰਦੀਆਂ ਨੂੰ ਵੀ ਇਹੀ ਸੋਚਣਾ ਪੈਣਾ ਹੈ, ਸ਼੍ਰੋਮਣੀ ਕਮੇਟੀ ਨੂੰ ਵੀ ਸੋਚਣਾ ਪੈਣਾ ਹੈ। ਜੇ ਤੁਸੀਂ ਇੰਨੀ ਗੱਲ ਨਹੀਂ ਕਰ ਸਕਦੇ, ਅਸੀਂ ਉਹਦੀਆਂ ਲੱਤਾਂ ਨਹੀਂ ਵੜ ਸਕਦੇ, ਅਸੀਂ ਉਹਨੂੰ ਮਾਰ ਨਹੀਂ ਸਕਦੇ, ਤੇ ਅਸੀਂ ਗੁਰੂ ਘਰਾਂ ਦੀ ਰਾਖੀ ਕਿਵੇਂ ਕਰਾਂਗੇ? ਇਸ ਕਰਕੇ ਜੇ ਅਸੀਂ ਗੁਰੂ ਘਰਾਂ ਦੀ ਬੇਅਦਬੀ ਬਚਾਉਣੀ ਆ, ਆਪਣੇ ਸਮਾਜ ਦੀ ਰਾਖੀ ਕਰਨੀ ਆ, ਇਹ ਸੰਤ ਸਮਾਜ ਨੂੰ ਵੀ ਕਹਿ ਰਿਹਾ, ਮੈਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਕਹਿ ਰਿਹਾ, ਸ਼੍ਰੋਮਣੀ ਕਮੇਟੀ ਨੂੰ ਵੀ ਸਾਨੂੰ ਇਹੋ ਜਿਹੇ ਜਜ਼ਬੇ ਵਾਲੇ ਯੋਧਿਆਂ ਦੀ ਡਿਊਟੀ ਲਾਓ। ਦਰਬਾਰ ਸਾਹਿਬ 5-5 ਸਿੰਘਾਂ ਦੀ, ਜਿਹੜਾ ਕੋਈ ਗਲਤੀ ਕਰਦਾ ਉਹਦਾ ਸਿਰ ਵੱਢ ਕੇ ਟੰਗਿਆ ਜਾਵੇ ਤੇ ਦੁਬਾਰਾ ਕੋਈ ਬੇਅਦਬੀ ਨਹੀਂ ਕਰ ਸਕਦਾ ਗੁਰੂ ਘਰ ਦੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ ਤੇ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪੰਜਾਬੀ ਅਤੇ ਖਾਸਕਰ ਸਿੱਖ ਅੱਜ ਪੂਰੀ ਦੁਨੀਆ ਅੰਦਰ ਆਪਣੀ ਮਿਹਨਤ ਅਤੇ ਲਿਆਕਤ ਨਾਲ ਅੱਗੇ ਆ ਰਹੇ ਨੇ। ਕੈਨੇਡਾ ਵਿੱਚ ਵੀ ਪੰਜਾਬੀਆਂ ਨੇ ਆਪਣੀ ਹੋਂਦ ਪੁਖਤਾ ਰੂਪ ਵਿੱਚ ਦਰਜ ਕਰਵਾਈ ਹੈ। ਇਸੇ ਤਹਿਤ ਹੀ ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ 16 ਪੰਜਾਬੀ ਜਿੱਤੇ ਹਨ, ਜਿਨ੍ਹਾਂ ਜਸਟਿਨ ਟਰੂਡੋ ਨੂੰ ਵੱਡੀ ਧੀਰ ਵਜੋਂ ਮੁੜ ਉਭਰਨ ਲਈ ਵੀ ਮੁਬਾਰਕਬਾਦ ਦਿੱਤੀ। ਉਹਨਾਂ ਆਸ ਪ੍ਰਗਟਾਈ ਕਿ ਕੈਨੇਡਾ ਦੀ ਨਵੀਂ ਸਰਕਾਰ ਸਿੱਖਾਂ ਦੇ ਮਸਲਿਆਂ ਦੇ ਹੱਲ ਅਤੇ ਸਿੱਖ ਪਛਾਣ ਤੋਂ ਫੈਲਾਉਣ ਵਿੱਚ ਪਾਕਿਸਤਾਨ ਦੇ ਖੈਬਰ ਪਖਤੂਨ
ਨਖਵਾ ਸੂਬੇ ਦੇ ਟੈਂਕ ਜ਼ਿਲ੍ਹੇ 'ਚ ਅੱਜ ਇੱਕ ਧਮਾਕੇ ਨਾਲ ਲੜਕੀਆਂ ਦੇ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਵਿਸਫੋਟਕ ਸਮੱਗਰੀ ਨਿਰਮਾਣ ਅਧੀਨ ਮਿਡਲ ਸਕੂਲ ਦੀ ਚਾਰਦੀਵਾਰੀ ਤੇ ਲਗਾਈ ਗਈ ਸੀ। ਉਹਨਾਂ ਨੇ ਕਿਹਾ ਕਿ ਧਮਾਕੇ ਦੇ ਨਤੀਜੇ ਵਜੋਂ ਸਕੂਲ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਿਆ, ਜਦੋਂ ਕਿ ਇੱਕ ਕਲਾਸਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜਨ ਦੇ 94 ਖਬਰਾਂ ਇੱਕ ਵਾਰ ਫਿਰ ਤੋਂ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਿਮਾਰੀ ਦੇ ਕਾਰਨ ਹਸਪਤਾਲ ਵਿੱਚ ਹੋਏ ਦਾਖਲ। ਲੋਕਾਂ ਦਾ ਇਲਾਜ ਕਰਨ ਵਾਲਾ ਪਠਾਨਕੋਟ ਦਾ ਸਰਕਾਰੀ ਸਿਵਲ ਹਸਪਤਾਲ ਖੁਦ ਬਿਮਾਰ ਪਾਣੀ ਦੇ ਨਮੂਨੇ ਹੋਏ ਫੇਲ। ਨੇਪਾਲ ਸੀਮਾ ਤੋਂ 1 ਸਾਲ ਪਹਿਲਾਂ ਗੁੰਮ ਹੋਇਆ ਗੁੰਗਾ ਬਹਿਰਾ ਨੌਜਵਾਨ ਕੀਤਾ ਵਾਰਸਾਂ ਦੇ ਹਵਾਲੇ। ਗੜਸ਼ੰਕਰ ਚੰਡੀਗੜ੍ਹ ਮਾਰਗ ਦੇ ਸੜਕੀ ਹਾਦਸੇ ਵਿੱਚ ਇੱਕ ਦੀ ਮੌਤ। ਤਰਨਤਾਰਨ ਦੇ ਪਿੰਡ ਬੋਦਲ ਕਿੜੀ ਵਿੱਚ ਭਰਾ ਅਤੇ ਭਰਜਾਈ ਨੇ ਮਿਲ ਕੇ ਇੱਕ ਵਿਅਕਤੀ ਦਾ ਕੀਤਾ ਕਤਲ। ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਡੀਏਵੀ ਯੂਨੀਵਰਸਿਟੀ ਸਟਾਫ ਤੇ ਵਿਦਿਆਰਥੀਆਂ ਨੇ ਕੀਤਾ ਸਵਾਗਤ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਨਾਲ ਅਗਲੀ ਵਾਰ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।